ਵਸਾਈ ਗਈ, ਪਰ ਨਦੀ ਨੂੰ ਇੱਕ ਸੌੜਾ ਜਿਹਾ ਰੂਪ ਦੇ ਦਿੱਤਾ ਗਿਆ। ਕੁਦਰਤ ਨੂੰ ਵੀ ਬੇਵਕੂਫ ਸਮਝਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਤਰ੍ਹਾਂ ਲੋਕਾਂ ਨੂੰ ਬੇਵਕੂਫ ਬਣਾ ਦਿੱਤਾ, ਸੋਚਿਆ ਵੀ ਕੁਦਰਤ ਵੀ ਉਸੇ ਤਰ੍ਹਾਂ ਸੋਚ ਲਊਗੀ ਤੇ ਨਦੀ ਇਸ ਵਿੱਚੋਂ ਲੰਘ ਕੇ ਚਲ ਜਾਏਗੀ। ਪਰ ਜਦੋਂ ਕੁਦਰਤ ਚੜ੍ਹ ਕੇ ਆਉਂਦੀ ਹੈ ਤਾਂ ਫਿਰ ਇਨਸਾਨ ਦਾ ਕੋਈ ਵਸ ਨਹੀਂ ਚੱਲਦਾ ਹੁੰਦਾ। ਤਸਵੀਰਾਂ ਤੁਹਾਡੇ ਸਾਹਮਣੇ ਆ, ਹਾਲਾਤ ਕੀ ਕੀਤੇ ਆ। ਇੱਥੇ ਪੈਪ ਪਾ ਕੇ ਬਹੁਤ ਵੱਡਾ ਕੰਮ ਦਿਖਾਇਆ ਗਿਆ ਸੀ ਕਿ ਇੱਥੋਂ ਪਾਣੀ ਨਿਕਲ ਜਾਏਗਾ, ਇੱਥੇ ਪੁਲੀ ਬਣ ਜਾਏਗੀ ਤੇ ਉਸ ਤੋਂ ਬਾਅਦ ਇੱਥੇ ਲੋਕ ਵਧੀਆ ਤਰੀਕੇ ਨਾਲ ਵਸ ਸਕਣਗੇ। ਪਰ ਲੋਕ ਤਾਂ ਉੱਜੜ ਗਏ। ਦੋਨੇ ਪਾਸੇ ਪੱਥਰਾਂ ਦੀ ਦੀਵਾਰ ਕਰਕੇ ਕਿ ਇਹ ਇੱਕ ਨਾਲਾ ਹੈ ਪਿਕਨਿਕ ਲਈ, ਤੇ ਇਹ ਪਤਾ ਨਾ ਲੱਗੇ ਕਿ ਆਰ ਤੇ ਪਾਰ ਦਾ ਇੱਕ ਵਿੱਚ ਪੱਥਰ ਲਗਾ ਕੇ ਥੋੜੀ ਜਿਹੀ ਪੁਲੀ ਬਣਾਤੀ ਇਹ, ਕਿ ਲੋਕੀ ਆ ਕੇ ਇੱਥੇ ਜਿਹੜੇ ਹੈਗੇ ਪਲਾਟ ਖਰੀਦਣ। ਬਾਅਦ ਵਿੱਚ ਉਹਨਾਂ ਦਾ ਕੀ ਹੁੰਦਾ ਹੈ, ਪਹਿਲਾਂ 3 ਕੋਠੀਆਂ ਹੜ ਗਈਆਂ ਤੇ ਆਹ ਕੋਠੀ ਹੁਣ 2.5 ਏਕੜ ਜ਼ਮੀਨ ਹੜੀ ਹੈ। ਕਲੋਨੀਆਂ ਵਸਾਈਆਂ ਗਈਆਂ, ਸੁਪਨੇ ਦਿਖਾਏ ਗਏ, ਪਰ ਪਾਣੀ ਚੜ ਕੇ ਆ ਗਿਆ, ਸਾਰਾ ਕੁਝ ਤਹਿਸ ਨਹਿਸ ਕਰਤਾ। ਹੋਣਾ ਤਾਂ ਇੱਥੇ ਪ੍ਰਸ਼ਾਸਨ ਨੂੰ ਚਾਹੀਦਾ ਸੀ, ਖੜੇ ਤੁਸੀਂ ਹੋ। ਪ੍ਰਵਾਸੀ ਦੇ ਭੈਣ ਭਰਾ ਜਿਸ ਵੇਲੇ ਹੜਨ ਦੇ ਕਿਨਾਰੇ ਬੈਠੇ ਹੋਣ, ਰੁੜਨ ਦੇ ਕਿਨਾਰੇ ਬੈਠੇ ਹੋਣ, ਤਬਾਹ ਹੋਣ ਦੇ ਕਿਨਾਰੇ ਬੈਠੇ ਹੋਣ, ਤੇ ਪ੍ਰਵਾਸੀ ਕਿਉਂ ਨਹੀਂ ਖੜਾ ਹੋਊਗਾ? ਏਕੜਾਂ ਦੇ ਵਿੱਚੋਂ ਨਦੀ ਵਹਿੰਦੀ ਆ ਰਹੀ ਹੈ, ਬੜੇ ਲੰਮੇ ਸਦੀਆਂ ਤੋਂ ਵਹਿੰਦੀ ਆ ਰਹੀ ਹੈ, ਤੇ ਉਸ ਨਦੀ ਦੇ ਵਿੱਚ ਜਿਹੜੇ ਬਿਜ਼ਨਸਮੈਨ ਹੈ ਨਾ, ਉਹਨਾਂ ਨੂੰ ਕੋਈ ਜਗ੍ਹਾ ਨਹੀਂ ਲੱਭੀ ਬਿਜ਼ਨਸ ਕਰਨ ਦੀ। ਹੋਰ ਅੱਛਾ ਜੀ, ਪੈਸੇ ਕਮਾ ਲੈਂਦੇ ਜਿੱਥੇ ਮਰਜੀ, ਪਰ ਕਮ ਸੇ ਕਮ ਤੁਸੀਂ ਪਾਣੀ ਸੱਚ ਤੇ ਪਵਣਾ ਪਿਆ, ਪਵਣੇ ਤੇ ਜਲ ਹੋਏ, ਜਲ ਤੇ ਤਿਰਪਵਨ ਸਾਜੇ। ਜਿੱਥੇ ਜਲ ਨਾ ਹੋਵੇ ਤੇ ਉੱਥੇ ਜੀਵਨ ਨਹੀਂ ਹੁੰਦਾ। ਤੁਸੀਂ ਜਲ ਦਾ ਬਿਹੇਵੀਅਰ, ਕੁਦਰਤੀ ਸ਼ਕਤੀ, ਕੁਦਰਤੀ ਸੋਮੇ, ਇਹਨਾਂ ਦੇ ਰਸਤੇ ਬੰਦ ਕਰ ਲੋਗੇ ਤੇ ਪਹਿਲਾਂ ਕਿੰਨੀ ਵਾਰ ਸਬਕ ਲਿਆ ਨਹੀਂ। ਰੋਪੜ ਦੇ ਵਿੱਚ ਉਹਨੇ ਰਸਤਾ ਦਿਖਾਤਾ ਨਾ ਆਪਣਾ ਜੀ, ਉੱਥੋਂ ਵੀ ਸਬਕ ਨਹੀਂ ਲਿਆ। ਉਹਨਾਂ ਨੇ ਸੋਚਿਆ ਹੋਣਾ ਵੀ ਅਸੀਂ ਪੈਸੇ ਦੀ ਨਦੀਆਂ ਵਗੜ ਗਈਆਂ, ਫਿਰ ਅਸੀਂ ਪਹਿਲਾਂ ਨਦੀ ਨੂੰ ਕਬਜ਼ਾ ਕਰ ਲਈਏ, ਇੱਥੋਂ ਪੈਸਾ ਕਮਾਈਏ, ਸਾਡੇ ਘਰਾਂ ਦੇ ਵਿੱਚ ਪੈਸਿਆਂ ਦੀ ਨਦੀ ਵਗੇ। ਇਹ ਜੰਗਲ ਰਾਜ ਹੈ, ਲੋਕਤੰਤਰ ਨਹੀਂ ਹੈ ਇੱਥੇ। ਸਰਕਾਰ ਜਿਹੜੀ ਮੌਜੂਦਾ ਹੈ ਜੀ, ਅਕਸਰ ਜਦੋਂ ਉਹਨਾਂ ਨੂੰ ਕੋਈ ਸਵਾਲ ਕੀਤਾ ਜਾਂਦਾ, ਉਹ ਕਹਿ ਦਿੰਦੇ ਵੀ 70 ਸਾਲਾਂ ਦਾ ਇਹ ਉਜਾੜਾ ਹੋਇਆ ਹੈ, ਪਿਛਲੀਆਂ ਸਰਕਾਰਾਂ ਨੇ 70 ਸਾਲ ਹੀ ਦੇਖਿਆ ਤੇ ਅਸੀਂ ਤਾਂ ਅਜੇ ਸਾਂਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਗੱਲ ਗਈ ਵੀ ਹੈ ਸਰਕਾਰ ਦੇ ਨੁਮਾਇੰਦਿਆਂ ਤੱਕ। ਤੇ ਆ ਕਿ ਤਬਾਹ ਹੋਣ ਦੇ ਬਿਲਕੁਲ ਕਿਨਾਰੇ ਤੇ ਹੋਈ ਹੈ ਤਬਾਹ ਕੋਠੀ ਇਹ, ਤੇ ਵੀ ਸਾਡਾ ਰਖਵਾਲਾ ਕੌਣ ਹੈ, ਤੇ ਮਤਲਬ ਕਿੱਥੇ ਦੀ ਪੜ੍ਹਾਈ ਜਿਹੜੀ ਹੈ, ਜੇ ਤੁਸੀਂ ਇਮੀਡੀਏਟਲੀ ਇਹੋ ਚੀਜ਼ ਦੇ ਲਾਈਫ ਥ੍ਰੈਟਨਿੰਗ ਸਿਚੁਏਸ਼ਨ ਹੋਵੇ ਤੇ ਉਸ ਦੇ ਵਿੱਚ ਮਤਲਬ ਮੈਨੇ ਉਹਦਾ ਸੋਲਿਊਸ਼ਨ ਨਾ ਮਿਲੇ, ਤੇ ਇਹਦੇ ਤਾਂ ਬਹੁਤ ਵੱਡੇ ਫਿਰ ਹੁਣ ਵੀ ਕਹਿੰਦੇ ਵੀ ਪੜ੍ਹ ਕੇ ਤਾਂ ਅਸੀਂ ਕਿਹੋ ਜਿਹੀ ਪੜ੍ਹਾਈ ਕੀਤੀ ਹੈ। ਬੜੇ ਪੜ੍ਹੇ ਲਿਖੇ ਆਫਿਸਰ ਹੈ ਸਾਡੇ ਸਾਰੇ, ਵੀ ਪੜ੍ਹ ਕੇ ਪੱਥਰ ਹੋ ਗਏ। ਇਹ ਲੋਕ ਜਿਹੜੇ ਸੀਗੇ ਫਿਰ ਆਪਣੀ ਮਰਜ਼ੀ ਨਾਲ ਇੱਥੇ ਵਸ ਗਏ, ਇਹਨਾਂ ਨੂੰ ਪਤਾ ਨਹੀਂ ਲੱਗਿਆ, ਜਾਂ ਇਹਨਾਂ ਕੋਲ ਪਰਮਿਸ਼ਨਾਂ ਸੀਗੀਆਂ ਇੱਥੇ ਵਸਣ ਦੀਆਂ। ਇਹ ਆਵੇਂ ਕਬਜ਼ੇ ਕਰਕੇ ਤਾਂ ਨਹੀਂ ਬਹਿ ਗਏ ਸੀ ਜੀ। ਜਿਸ ਵੇਲੇ ਤੁਸੀਂ ਉਹਦੇ ਡਿਵੈਲਪਮੈਂਟ ਚਾਰजेस ਦੇ ਦਿੱਤੇ ਹੈ, ਤੇ ਜਿਸ ਵੇਲੇ ਤੁਸੀਂ ਟੈਕਸ ਪੇ ਕਰਦੇ ਹੈ, ਜਿਸ ਵੇਲੇ ਤੁਹਾਨੂੰ ਬਿਜਲੀ ਦੇ ਕਨੈਕਸ਼ਨ ਮਿਲ ਜਾਂਦੇ ਆ, ਫਿਰ ਮੈਨੂੰ ਲੱਗਦਾ ਇਹ ਸਵਾਲ ਖਤਮ ਹੋ ਜਾਂਦੇ। ਫਿਰ ਜਿਹਨੇ ਦਿੱਤੇ ਹੈਗੇ ਆ ਉਹਦੇ ਉੱਤੇ ਸਵਾਲ ਹੈ ਵੀ ਕਿਸ ਆਧਾਰ ਤੇ ਦਿੱਤੇ ਹੈ। ਹੋਣਾ ਤਾਂ ਚਾਹੀਦਾ ਸੀ ਪ੍ਰਸ਼ਾਸਨ ਨੂੰ, ਪਰ ਪ੍ਰਭ ਆਸਰਾ ਕਿਉਂ? ਜੇ ਪ੍ਰਭ ਆਸਰਾ ਲੋਕਾਂ ਦੀ ਮਦਦ ਕਰ ਰਿਹਾ ਹੈ ਤਾਂ ਫਿਰ ਸਰਕਾਰ ਰੱਬ ਆਸਰੀ ਹੈ ਜੀ। ਤੁਹਾਡਾ ਪਰਿਵਾਰ, ਤੁਹਾਡਾ ਨਾਗਰਿਕ ਇੰਨੀ ਸਮੱਸਿਆ ਦੇ ਵਿੱਚ ਹੋਵੇ ਤੇ ਤੁਹਾਨੂੰ ਇਸ ਵੇਲੇ ਤੁਸੀਂ ਸੂਈਆਂ ਦੇਖਣੀਆਂ ਕਿ ਕੰਮ ਦੇਖਣਾ? ਸਾਰਿਆਂ ਸੰਬੰਧਿਤ ਵਿਭਾਗਾਂ ਨੂੰ, ਅਫਸਰਾਂ ਨੂੰ, ਮੰਤਰੀਆਂ ਨੂੰ, ਸਰਕਾਰ ਤੱਕ ਸਾਰਾ ਕੁਝ ਦੱਸਿਆ ਗਿਆ। ਆਏ ਨਹੀਂ, ਕੋਈ ਚੈੱਕ ਨਹੀਂ ਕੀਤਾ। ਸਿਰਫ ਫਾਰਮੈਲਿਟੀ ਦੇ ਤਰ੍ਹਾਂ ਇਸ ਤਰ੍ਹਾਂ ਇੱਕ ਹੈਡਰਾ ਭੇਜਤਾ, ਇੱਕ ਦਿਨ ਉਹ ਵੀ ਹੱਥ ਖੜੇ ਕਰਕੇ ਚਲੇ ਗਏ। ਤੇ ਹੁਣ ਰਾਹ ਬਚਿਆ ਇਸ ਕਲੋਨੀ ਨੂੰ ਕੋਈ ਇਸ ਸਮੇਂ, ਜਾਂ ਫਿਰ ਨਦੀ ਵਿੱਚੋਂ? ਅਸੀਂ ਤਾਂ ਨਦੀ 'ਚੋਂ ਟਰੈਕਟਰ ਤੇ ਬਹਿ ਕੇ ਆਏ ਹਾਂ ਜੀ। ਹਾਂ ਨਹੀਂ, ਰਾਹ ਕੋਈ ਨਹੀਂ ਬਚਿਆ। ਰਾਹ ਤਾਂ ਮਤਲਬ ਰਾਹ ਤਾਂ ਬੜੀ ਦੂਰ ਦੀ ਗੱਲ ਹੈ ਵੀ ਰਾਹ ਬਚਿਆ ਜਾਂ ਕੀ ਬਚਿਆ। ਹੁਣ ਤਾਂ ਇਹ ਬਚੇ ਹੈ, ਕਿੰਨੀ ਕੁ ਦੇਰ ਬਚੇ ਹੋਏ ਆ, ਸਵਾਲ ਤਾਂ ਸਿਰਫ ਇੱਦਾਂ ਦਾ ਹੈਗਾ। ਹੁਣ ਤਾਂ ਕੋਈ ਵੀ ਪਤਾ ਹੀ ਨਹੀਂ ਕਦੋਂ ਕੀ ਹੋ ਜਾਣਾ। ਜਿਸ ਵੇਲੇ ਪਾਣੀ ਮਾੜਾ ਜਿਹਾ ਵੀ ਆ ਗਿਆ ਨਾ, ਵੀ ਪਾਣੀ ਨੇ ਹੁਣ ਬਖਸ਼ਣਾ ਕਿਸੇ ਨੂੰ ਨਹੀਂ ਹੈਗਾ। ਇਹਦਾ ਸਾਰਾ ਕੁਝ ਸਾਹਮਣੇ ਆਉਣਾ ਚਾਹੀਦਾ ਸੀ। ਹੁਣ ਤਾਂ ਬਦਲਾਅ ਵਾਲੀ ਸਰਕਾਰ ਹੈ, ਜੇ ਦੂਜੇ ਨੇ ਰਲ ਮਿਲ ਕੇ ਹੋ ਗਿਆ, ਇਹਨਾਂ ਦਾ ਤਾਂ ਕੋਈ ਲਾਗਾ ਦੇਗਾ ਨਹੀਂ ਸੀ ਵਿੱਚ ਉਹਨਾਂ ਦਾ ਖਾਣ ਦਾ, ਜੇ ਅਸੀਂ ਦੋਸ਼ ਲਗਾਈਏ। ਪਰ ਉਹਨਾਂ ਦੇ ਵੀ ਫਿਰ ਸਵਾਲ ਤਾਂ ਖੜਾ ਹੁੰਦਾ ਕਿ ਉਹ ਵੀ ਆ ਕੇ ਅੱਜ ਕਿਉਂ ਨਹੀਂ ਇਸ ਗੱਲ ਦੀ ਜਾਂਚ ਪੜਤਾਲ ਕਰਵਾ ਰਹੇ। ਮਨੁੱਖ ਦੀਆਂ ਲੋੜਾਂ ਹੁੰਦੀਆਂ ਰੋਟੀ, ਕੱਪੜਾ ਤੇ ਮਕਾਨ। ਮਕਾਨ ਰਹਿਣ ਦੇ ਲਈ ਜ਼ਰੂਰੀ ਹੁੰਦਾ ਹੈ। ਸੁਪਨਿਆਂ ਦਾ ਘਰ ਵੀ ਕਿਹਾ ਜਾਂਦਾ ਘਰਾਂ ਨੂੰ, ਤੇ ਸੁਪਨੇ ਪੂਰੇ ਕਰਨ ਦੇ ਲਈ ਇਨਸਾਨ ਬਹੁਤ ਕੁਝ ਕਰਦਾ ਹੈ, ਜਦੋਂ ਜਹਿਦ ਕਰਦਾ ਹੈ, ਕੋਸ਼ਿਸ਼ਾਂ ਕਰਦਾ ਹੈ। ਤੇ ਜਦੋਂ ਸੁਪਨਿਆਂ ਦਾ ਘਰ ਬਣਾਉਣ ਦੀ ਕੋਈ ਕੋਸ਼ਿਸ਼ ਕਰਦਾ ਹੈ ਜਾਂ ਸੁਪਨਾ ਸਜਾਉਂਦਾ ਹੈ ਦਿਮਾਗ ਦੇ ਵਿੱਚ, ਤਾਂ ਬਹੁਤ ਸਾਰੇ ਲੋਕ ਉਹਨਾਂ ਸੁਪਨਿਆਂ ਨੂੰ ਕੈਸ਼ ਕਰਨ ਦੇ ਲਈ ਆ ਜਾਂਦੇ ਆ, ਹੋਰ ਸੁਪਨੇ ਦਿਖਾਏ ਜਾਂਦੇ, ਤੇ ਫਿਰ ਉਹਨਾਂ ਨੂੰ ਵੱਡੀਆਂ ਇਮਾਰਤਾਂ ਦਿਖਾਈਆਂ ਜਾਂਦੀਆਂ, ਸੋਹਣੀਆਂ ਕਲੋਨੀਆਂ ਦਿਖਾਈਆਂ ਜਾਂਦੀਆਂ, ਤੇ
ਉਹ ਕਲੋਨੀਆਂ ਵਸਾਉਣ ਦੇ ਲਈ ਲੋਕਾਂ ਨੂੰ ਤਾਂ ਮੂਰਖ ਬਣਾਉਣ ਦੀ ਨੀਂਹ ਧਰੀ ਜਾਂਦੀ ਹੈ, ਤੇ ਜਦੋਂ ਇਹ ਸੋਚ ਲਿਆ ਜਾਂਦਾ ਵੀ ਅਸੀਂ ਕੁਦਰਤ ਨੂੰ ਵੀ ਮੂਰਖ ਬਣਾ ਲਾਂਗੇ ਤਾਂ ਫਿਰ ਵੱਡੇ ਨੁਕਸਾਨ ਸਾਹਮਣੇ ਆਇਆ ਕਰਦੇ ਆ। ਤੁਹਾਨੂੰ ਇੱਕ ਕਲੋਨੀ ਦੀ ਤਸਵੀਰ ਦਿਖਾਉਂਦੇ ਆ। ਇੱਥੇ ਇੱਕ ਕਲੋਨੀ ਵਸਾਈ ਗਈ, ਪਰ ਨਦੀ ਨੂੰ ਇੱਕ ਸੌੜਾ ਜਿਹਾ ਰੂਪ ਦੇ ਦਿੱਤਾ ਗਿਆ। ਛੋਟੇ ਜਿਹੇ ਬੰਨ ਲਗਾ ਕੇ, ਦੋਨੇ ਪਾਸੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਥੋੜੇ ਜਿਹੇ ਬੰਨ ਲਗਾ ਦਿੱਤੇ, ਲੋਕਾਂ ਨੂੰ ਤਾਂ ਬੇਵਕੂਫ ਬਣਾਇਆ, ਪਰ ਕੁਦਰਤ ਨੂੰ ਵੀ ਬੇਵਕੂਫ ਸਮਝਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਤਰ੍ਹਾਂ ਲੋਕਾਂ ਨੂੰ ਬੇਵਕੂਫ ਬਣਾ ਦਿੱਤਾ, ਸੋਚਿਆ ਵੀ ਕੁਦਰਤ ਵੀ ਉਸੇ ਤਰ੍ਹਾਂ ਸੋਚ ਲਊਗੀ ਤੇ ਨਦੀ ਇਸ ਵਿੱਚੋਂ ਲੰਘ ਕੇ ਚਲ ਜਾਏਗੀ। ਪਰ ਜਦੋਂ ਕੁਦਰਤ ਚੜ੍ਹ ਕੇ ਆਉਂਦੀ ਹੈ ਤਾਂ ਫਿਰ ਇਨਸਾਨ ਦਾ ਕੋਈ ਵਸ ਨਹੀਂ ਚੱਲਦਾ ਹੁੰਦਾ। ਤਸਵੀਰਾਂ ਤੁਹਾਡੇ ਸਾਹਮਣੇ ਆ, ਹਾਲਾਤ ਕੀ ਕੀਤੇ ਆ, ਤੇ ਉਹਨਾਂ ਲੋਕਾਂ ਦੇ ਝਾਂਸੇ ਦੇ ਵਿੱਚ ਆ ਕੇ ਕਿੰਨੇ ਲੋਕਾਂ ਦੀ ਬਰਬਾਦੀ ਹੋਈ ਹੈ, ਉਹ ਵੀ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ। ਪਰ ਫਿਲਹਾਲ ਜਿਹੜਾ ਉਜਾੜਾ ਹੋਇਆ, ਇੱਥੇ ਪੈਪ ਪਾ ਕੇ ਬਹੁਤ ਵੱਡਾ ਕੰਮ ਦਿਖਾਇਆ ਗਿਆ ਸੀ ਕਿ ਇੱਥੋਂ ਪਾਣੀ ਨਿਕਲ ਜਾਏਗਾ, ਇੱਥੇ ਪੁਲੀ ਬਣ ਜਾਏਗੀ ਤੇ ਉਸ ਤੋਂ ਬਾਅਦ ਇੱਥੇ ਲੋਕ ਵਧੀਆ ਤਰੀਕੇ ਨਾਲ ਵਸ ਸਕਣਗੇ। ਪਰ ਲੋਕ ਤਾਂ ਉੱਜੜ ਗਏ, ਪਰ ਉੱਜੜਨ ਤੋਂ ਬਾਅਦ ਖੜਿਆ ਕੌਣ ਆ ਲੋਕਾਂ ਦੇ ਨਾਲ, ਉਹ ਗੱਲਬਾਤ ਕਰਦੇ ਆ ਜੀ। ਸ਼ਮਸ਼ੇਰ ਸਿੰਘ ਜੀ ਸਾਡੇ ਨਾਲ ਪ੍ਰਭ ਆਸਰਾ ਤੋਂ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋਕ ਉੱਜੜ ਗਏ ਜੀ, ਕਲੋਨੀਆਂ ਵਸਾਈਆਂ ਗਈਆਂ, ਸੁਪਨੇ ਦਿਖਾਏ ਗਏ, ਪਰ ਪਾਣੀ ਚੜ੍ਹ ਕੇ ਆ ਗਿਆ, ਸਾਰਾ ਕੁਝ ਤਹਿਸ ਨਹਿਸ ਕਰਤਾ। ਹੋਣਾ ਤਾਂ ਇੱਥੇ ਪ੍ਰਸ਼ਾਸਨ ਨੂੰ ਚਾਹੀਦਾ ਸੀ, ਖੜੇ ਤੁਸੀਂ ਹੋ। ਲੋਕ ਉੱਜੜ ਗਏ ਤੇ ਨਹੀਂ, ਉਜਾੜੇ ਗਏ ਸ਼ਬਦ ਥੋੜਾ ਜਿਹਾ ਮੈਨੂੰ ਇਦਾਂ ਲੱਗਦਾ ਵੀ ਉਜੜਦੇ ਹੁੰਦਾ ਵੀ ਆਪਣੀ ਮਰਜ਼ੀ ਨਾਲ ਛੱਡ ਕੇ ਚਲੇ ਗਏ। ਮਤਲਬ ਜਿੱਥੇ ਜਿਸ ਜਗ੍ਹਾ ਦੇ ਉੱਤੇ, ਹੁਣ ਆਪਾਂ ਹੈਗੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਖਰੜ ਤਹਿਸੀਲ ਦੇ ਸ਼ਹਿਰ ਕੁਰਾਲੀ ਦੇ ਵਿੱਚ ਜੀ, ਜਿੱਥੇ ਮਾਡਲ ਟਾਊਨ ਕਲੋਨੀ, ਜਿਹਨੂੰ 6 ਨੰਬਰ ਵਾਰਡ ਕਹਿੰਦੇ ਅਸੀਂ ਜੀ, ਤੇ 12 ਮੰਦਰ ਕਲੋਨੀ ਦੇ ਨਾਮ ਨਾਲ ਵੀ ਕੁਝ ਜਾਣੀ ਜਾਂਦੀ ਹੈ। ਇਹ ਸਾਰਾ ਮਾਡਲ ਟਾਊਨ ਹੀ ਆਪਣੇ ਪਿਛਲੇ ਪਾਸੇ, ਤੇ ਇੱਥੇ ਏਕੜਾਂ ਦੇ ਵਿੱਚੋਂ ਨਦੀ ਵਹਿੰਦੀ ਆ ਰਹੀ ਹੈ, ਬੜੇ ਲੰਮੇ ਸਦੀਆਂ ਤੋਂ ਵਹਿੰਦੀ ਆ ਰਹੀ ਹੈ। ਤੇ ਉਸ ਨਦੀ ਦੇ ਵਿੱਚ ਜਿਹੜੇ ਬਿਜ਼ਨਸਮੈਨ ਹੈ ਨਾ, ਉਹਨਾਂ ਨੂੰ ਕੋਈ ਜਗ੍ਹਾ ਨਹੀਂ ਲੱਭੀ ਬਿਜ਼ਨਸ ਕਰਨ ਦੀ। ਹੋਰ ਅੱਛਾ ਜੀ, ਪੈਸੇ ਕਮਾ ਲੈਂਦੇ ਜਿੱਥੇ ਮਰਜੀ, ਪਰ ਕਮ ਸੇ ਕਮ ਤੁਸੀਂ ਪਾਣੀ ਸੱਚ ਤੇ ਪਵਣਾ ਪਿਆ, ਪਵਣੇ ਤੇ ਜਲ ਹੋਏ, ਜਲ ਤੇ ਤਿਰਪਵਨ ਸਾਜੇ। ਜਿੱਥੇ ਜਲ ਨਾ ਹੋਵੇ ਤੇ ਉੱਥੇ ਜੀਵਨ ਨਹੀਂ ਹੁੰਦਾ। ਤੁਸੀਂ ਜਲ ਦਾ ਬਿਹੇਵੀਅਰ, ਕੁਦਰਤੀ ਸ਼ਕਤੀ, ਕੁਦਰਤੀ ਸੋਮੇ, ਇਹਨਾਂ ਦੇ ਰਸਤੇ ਬੰਦ ਕਰ ਲੋਗੇ। ਤੇ ਪਹਿਲਾਂ ਕਿੰਨੀ ਵਾਰ ਸਬਕ ਲਿਆ ਨਹੀਂ, ਰੋਪੜ ਦੇ ਵਿੱਚ ਉਹਨੇ ਰਸਤਾ ਦਿਖਾਤਾ ਨਾ ਆਪਣਾ ਜੀ, ਉੱਥੋਂ ਵੀ ਸਬਕ ਨਹੀਂ ਲਿਆ। ਤੇ ਫਿਰ ਤੁਸੀਂ ਏਡੀ ਵੱਡੀ ਮਤਲਬ ਇੱਕ ਨਹਿਰ ਜਿਹੜੀ ਆ ਨਦੀ ਹੈ, ਨਦੀ ਨੂੰ ਇੱਕ ਛੋਟੀ ਜਿਹੀ ਨਾਲੀ ਦੇ ਵਿੱਚ ਕਨਵਰਟ ਕਰਕੇ, ਇਹ ਤੁਹਾਨੂੰ ਕਿਹਨੇ ਇਜਾਜ਼ਤ ਦਿੱਤੀ ਹੈ? ਨਾ ਤਾਂ ਇਹਦਾ ਜਵਾਬ ਮਿਲ ਰਿਹਾ। ਉਹਨਾਂ ਨੇ ਸੋਚਿਆ ਹੋਣਾ ਵੀ ਅਸੀਂ ਪੈਸਿਆਂ ਦੀ ਨਦੀਆਂ ਵਗਣਗੀਆਂ, ਫਿਰ ਅਸੀਂ ਪਹਿਲਾਂ ਨਦੀ ਨੂੰ ਕਬਜ਼ਾ ਕਰ ਲਈਏ, ਇੱਥੋਂ ਪੈਸਾ ਕਮਾਈਏ, ਸਾਡੇ ਘਰਾਂ ਦੇ ਵਿੱਚ ਪੈਸਿਆਂ ਦੀ ਨਦੀ ਵਗੇ। ਇਹ ਜੰਗਲ ਰਾਜ ਹੈ, ਲੋਕਤੰਤਰ ਨਹੀਂ ਹੈ ਇੱਥੇ। ਜੇ ਲੋਕਤੰਤਰ ਲੋਕਤੰਤਰ ਹੈਗਾ ਏ, ਤੇ ਫਿਰ ਲੋਕਾਂ ਦੀ ਬਾਂਹ, ਲੋਕਾਂ ਦੀ ਸਰਕਾਰ, ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹੈ ਨਾ, ਤੇ ਜਿਹੜੀ ਲੋਕਾਂ ਦੇ ਲਈ ਸਰਕਾਰ ਹੈਗੀ ਹੈ, ਲੋਕਾਂ ਦੁਆਰਾ ਸਰਕਾਰ ਹੈਗੀ ਹੈ, ਫਿਰ ਉਹਨੇ ਬਾਂਹ ਤਾਂ ਉਹਨੇ ਫੜਨੀ ਹੈ। ਤੇ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਪਾਸ ਕਿਹਨੇ ਕੀਤੀ ਹੈ? ਇਹੋ ਜੀ ਨਦੀ ਕਲੋਨੀਆਂ ਦੇ ਲਈ ਕਲੋਨਾਈਜ਼ਰ ਨੂੰ ਕਿਹਨੇ ਲਾਇਸੈਂਸ ਦਿੱਤੇ ਕਿ ਤੂੰ ਇੱਥੇ ਡਿਵੈਲਪ ਕਰ ਸਕਦਾ ਹੈਗਾ? ਇਹਦਾ ਜਵਾਬ ਜਿਹੜਾ ਹੁਣ ਤੱਕ ਅਜੇ ਨਹੀਂ ਮਿਲਿਆ। ਸਰਕਾਰ ਜਿਹੜੀ ਮੌਜੂਦਾ ਹੈ ਜੀ, ਅਕਸਰ ਜਦੋਂ ਉਹਨਾਂ ਨੂੰ ਕੋਈ ਸਵਾਲ ਕੀਤਾ ਜਾਂਦਾ, ਉਹ ਕਹਿ ਦਿੰਦੇ ਵੀ 70 ਸਾਲਾਂ ਦਾ ਇਹ ਉਜਾੜਾ ਹੋਇਆ ਹੈ, ਪਿਛਲੀਆਂ ਸਰਕਾਰਾਂ ਨੇ 70 ਸਾਲ ਹੀ ਦੇਖਿਆ ਤੇ ਅਸੀਂ ਤਾਂ ਅਜੇ ਸਾਂਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਗੱਲ ਗਈ ਵੀ ਹੈ ਸਰਕਾਰ ਦੇ ਨੁਮਾਇੰਦਿਆਂ ਤੱਕ? ਬਿਲਕੁਲ ਗਈ ਹੈ, ਉਹਨਾਂ ਤੱਕ ਗਈ ਹੈ। ਜਿਹੜੇ ਇਹਨਾਂ ਦੇ ਸੈਕਟਰੀ, ਜਿਹੜੇ ਰੈਵਨਿਊ, ਰੀਹੈਬਲੀਟੇਸ਼ਨ ਐਂਡ ਡਿਜ਼ਾਸਟਰ ਮੈਨੇਜਮੈਂਟ ਦੇ, ਮੈਂ ਫੋਨ ਤੇ ਵੀ ਗੱਲ ਕੀਤੀ ਹੈ ਤੇ ਮੈਂ ਈਮੇਲਸ ਵੀ ਭੇਜੀਆਂ। ਜਦੋਂ ਮੇਰੇ ਕੋਲ ਇਹ ਫਿਰ ਸਾਰੇ ਚੱਲ ਕੇ ਆਏ ਵੀ ਅਸੀਂ ਆਪਣੀ ਸਰਕਾਰ ਨੂੰ ਕਹਿ ਲਿਆ, ਸਰਕਾਰ 'ਚ ਪੋਲੀਟੀਸ਼ੀਅਨ ਹੁੰਦੇ ਆ, ਸਰਕਾਰ ਦੇ ਵਿੱਚ ਬਿਊਰੋਕਰੇਟਸ ਹੁੰਦੇ ਆ, ਉਹਦੇ ਵਿੱਚ ਸਾਰਿਆਂ ਨੂੰ ਜਦੋਂ ਇਹਨਾਂ ਨੇ ਐਪਲੀਕੇਸ਼ਨ ਆਪਣੀ ਫਾਈਲ ਦਿਖਾਈ ਮੈਨੂੰ ਵੀ ਹੋਰ ਅਸੀਂ ਕੀ ਕਰ ਸਕਦੇ ਸੀ। ਸਾਡੇ ਘਰ ਵਾਲੇ ਆਰਮੀ ਦੇ ਵਿੱਚ ਬਾਰਡਰਾਂ 'ਤੇ ਲੜ ਰਹੇ ਹੈ ਤੇ ਅਸੀਂ ਲੋਨ ਲੈ ਕੇ ਇਹ ਮਕਾਨ ਬਣਾ ਰਹੇ ਹਾਂ, ਤੇ ਲੋਨ ਦੇ ਸਬੂਤ ਸਾਡੇ ਕੋਲ, ਤੇ ਕਿਸ਼ਤਾਂ ਦੇ ਰਹੇ ਹਾਂ ਅਸੀਂ, ਤੇ ਸਾਨੂੰ ਡਿਵੈਲਪਮੈਂਟ ਚਾਰਜਿਸ ਦਿੱਤੇ ਅਸੀਂ, ਕੰਸਟਰਕਸ਼ਨ ਫੀਸ ਦਿੱਤੀ ਅਸੀਂ, ਤੇ ਬਿਲਡਿੰਗਾਂ ਦੇ ਜਿਹੜੇ ਜੋ ਵੀ ਇਹਨਾਂ ਦੇ ਟੈਕਸ ਬਣਦੇ ਆ ਉਹ ਦਿੱਤੇ, ਬਿਜਲੀ ਪਾਣੀ ਦੇ ਟੈਕਸ ਦੇ ਰਹੇ ਹੈਗੇ ਆ। ਤੇ ਮਤਲਬ ਸਾਨੂੰ ਜੇ ਤੁਸੀਂ ਕੋਈ ਇਲੀਗਲ ਹੈ, ਅਸੀਂ ਕਿਸ ਆਧਾਰ 'ਤੇ, ਅਸੀਂ ਕਿੱਥੇ ਇਲੀਗਲ ਹੋ ਗਏ? ਸਾਡਾ ਕੀ ਕਸੂਰ ਹੈਗਾ? ਤੇ ਸਾਨੂੰ ਬਿਨਾਂ ਦੇਰੀ ਜੋ ਦਿਖਾਇਆ ਗਿਆ ਸੀ ਉਹ ਹੋਣਾ ਚਾਹੀਦਾ ਹੈ ਇੱਥੇ, ਜਾਂ ਫਿਰ ਉਸ ਦੀ ਜਿਹਨੂੰ ਕਹਿੰਦੇ ਰੀਹੈਬਲੀਟੇਸ਼ਨ, ਜਾਂ ਫਿਰ ਸਾਨੂੰ ਕਿਤੇ ਨਾ ਕਿਤੇ ਵਸਾਇਆ ਜਾਵੇ। ਸਾਡੇ ਨਾਲ ਇੰਨਾ ਜ਼ੁਲਮ, ਸਾਡੇ ਨਾਲ ਇੰਨਾ ਧੱਕਾ ਜਿਹੜਾ ਹੋਇਆ, ਸਾਨੂੰ ਇਨਸਾਫ ਚਾਹੀਦਾ ਹੈ। ਸਾਨੂੰ ਕਿਸੇ ਵੇਲੇ ਵੀ 6 ਕੋਠੀਆਂ ਹਟ ਚੁੱਕੀਆਂ ਇੱਥੇ। ਜਿਸ ਵੇਲੇ ਗਏ ਸੀ ਤੇ ਮੈਂ ਇੱਥੇ ਆਇਆ ਤੇ ਪਾਣੀ ਦਾ ਲੈਵਲ ਇੱਦਾਂ ਚੜ੍ਹ ਰਿਹਾ ਸੀ, ਸਾਡੇ ਸਾਹਮਣੇ 12 ਫੁੱਟ ਜਿਹੜਾ ਹੈਗਾ ਪਾੜ ਪਿੱਛੇ ਪਾ ਚੁੱਕਿਆ ਸੀ ਪਾਣੀ, ਤੇ ਸਾਹਮਣੇ ਕੋਠੀਆਂ ਹੈਗੀਆਂ
ਤੇ ਅਸੀਂ ਮਤਲਬ ਮੈਂ ਮੈਸੇਜ ਵੀ ਛੱਡੇ, ਸਾਰਾ ਕੁਝ ਕਰਿਆ ਵੀ ਟੈਕਨੀਕਲ ਟੀਮ ਹੀ ਭੇਜ ਦਿਓ ਵੀ ਫਟਾਫਟ ਅਸੀਂ ਦੇ ਵਿੱਚ ਉਤਰੀਏ। ਸਾਡੇ ਬੰਦੇ ਵਿੱਚ ਉਤਰੇ, ਇੱਥੇ ਵਹਾਅ ਦੇ ਵਿੱਚ ਵਹਾਅ ਲੈ ਜਾਂਦਾ ਸੀ ਪਾਣੀ। ਫਿਰ ਬੜੇ ਔਖੇ ਅੱਗੇ ਲਾਈਫ ਜਾਕਟਾਂ ਦੇ ਨਾਲ ਅਲੱਗ-ਅਲੱਗ ਤਰੀਕਿਆਂ ਨਾਲ ਉਹਨਾਂ ਨੂੰ ਵੀ ਤੋੜਿਆ ਜਾਵੇ ਫਟਾਫਟ ਕਿਸੇ ਨਾ ਕਿਸੇ ਪਾਸਿਓਂ, ਵੀ ਉਧਰ ਨੂੰ ਜਿਹੜੀ ਟੱਕਰ ਪੈ ਰਹੀ ਹੈ, ਪਾਣੀ ਉਧਰ ਨੂੰ ਆਪਣੇ ਰਸਤੇ ਬਣਾ ਰਿਹਾ ਹੈ, ਕਿਉਂਕਿ ਇੱਧਰ ਮਤਲਬ ਬੜਾ ਵੈਰੀਅਰ ਲੱਗਿਆ ਹੋਇਆ ਹੈ। ਤੇ ਉਸ ਦਿਨ ਚਲੋ ਜਿੰਨਾ ਹੋਇਆ ਇਹ ਤੋੜੇ ਗਏ, ਕੁਛ ਉਧਰੋਂ ਦਰਖਤ ਜਿਹੜੇ ਪਰਲੇ ਪਾਸਿਓਂ ਅਸੀਂ ਰਸਤੇ ਬਣਾ ਕੇ ਉੱਥੇ ਪਹੁੰਚੇ। ਪਰ ਇਸ ਦਾ ਕੋਈ ਇਹ ਹੱਲ ਤੇ ਨਹੀਂ ਹੈਗਾ ਨਾ। ਹੱਲ ਤਾਂ ਹੈਗਾ ਜਿਹੜੀ ਰੁਕਾਵਟ ਹੈ ਜਿਸ ਦੇ ਕਾਰਨ ਪਾਣੀ ਨੇ ਆਪਣਾ ਰਸਤਾ ਬਣਾਇਆ, ਜਿਹੜਾ ਕਿ ਹੁਣ ਲਗਭਗ ਉਹ ਦੇਖ ਲਓ ਵੀ ਕਿੰਨਾ ਏਕੜ ਇੱਕ ਵੱਧ ਹੋਊਗਾ। ਉਹ ਜਿਹੜਾ ਪਾਪੂਲਰਾਂ ਵੱਲੋਂ ਵੱਧਦਾ, ਇਹ ਪਾਪੂਲਰ ਤਾਂ ਇੱਥੇ ਇੱਦਾਂ ਇੱਥੇ ਤੱਕ ਸੀ ਕਲੋਨੀ ਹੈ ਜਿੱਥੇ ਤੱਕ ਬੰਨ ਲੱਗਿਆ ਹੋਇਆ, ਬੰਨ ਲੱਗਿਆ ਹੋਇਆ। ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ। ਪਾਣੀ ਇਹ ਇੱਥੋਂ ਨਿਕਲਣਾ, ਕਹਿੰਦੇ ਵੀ ਇੱਥੋਂ ਨਿਕਲੇਗਾ ਪਾਣੀ। ਤੇ ਫਿਰ ਉਹ ਰਸਤਾ ਜਦੋਂ ਤੁਸੀਂ ਦੇਖ ਲਿਆ ਵੀ ਪਾਣੀ ਦੀਆਂ ਲਹਿਰਾਂ ਨਹੀਂ ਪਿੱਛੇ ਮੁੜਦੀਆਂ, ਪਾਣੀ ਨਹੀਂ ਪਿੱਛੇ ਮੁੜਦਾ, ਉਹਨੇ ਤਾਂ ਆਪਣੇ ਰਸਤੇ ਬਣਾਉਣੇ ਆ ਤੇ ਉਹਨੇ ਰਸਤਾ ਸ਼ਹਿਰ ਦਾ ਬਣਾ ਲਿਆ। ਇਹ ਲੋਕ ਜਿਹੜੇ ਸੀਗੇ ਇਹ ਫਿਰ ਆਪਣੀ ਮਰਜ਼ੀ ਨਾਲ ਇੱਥੇ ਵਸ ਗਏ, ਇਹਨਾਂ ਨੂੰ ਪਤਾ ਨਹੀਂ ਲੱਗਿਆ ਜਾਂ ਇਹਨਾਂ ਕੋਲ ਪਰਮਿਸ਼ਨਾਂ ਸੀਗੀਆਂ ਇੱਥੇ ਵਸਣ ਦੀਆਂ? ਇਹ ਆਵੇਂ ਕਬਜ਼ੇ ਕਰਕੇ ਤਾਂ ਨਹੀਂ ਬਹਿ ਗਏ ਸੀ ਜੀ? ਨਹੀਂ, ਜਿਸ ਵੇਲੇ ਤੁਸੀਂ ਕੰਸਟਰਕਸ਼ਨ ਫੀਸ ਦਿੱਤੀ ਹੈ ਤੁਹਾਡੇ ਕੋਲ ਉਹਦਾ ਸਬੂਤ ਹੈਗਾ ਹੈ। ਜਿਸ ਵੇਲੇ ਤੁਸੀਂ ਉਹਦੇ ਡਿਵੈਲਪਮੈਂਟ ਚਾਰजेस ਦੇ ਦਿੱਤੇ ਹੈ ਤੇ ਜਿਸ ਵੇਲੇ ਤੁਸੀਂ ਟੈਕਸ ਪੇ ਕਰਦੇ ਹੈ, ਜਿਸ ਵੇਲੇ ਤੁਹਾਨੂੰ ਬਿਜਲੀ ਦੇ ਕਨੈਕਸ਼ਨ ਮਿਲ ਜਾਂਦੇ ਆ, ਫਿਰ ਮੈਨੂੰ ਲੱਗਦਾ ਇਹ ਸਵਾਲ ਖਤਮ ਹੋ ਜਾਂਦੇ ਆ। ਫਿਰ ਜਿਹਨੇ ਦਿੱਤੇ ਹੈਗੇ ਆ ਉਹਦੇ ਉੱਤੇ ਸਵਾਲ ਹੈ ਵੀ ਕਿਸ ਆਧਾਰ ਤੇ ਦਿੱਤੇ ਆ। ਉਹ ਮਤਲਬ ਹੁਣ ਤੁਹਾਡੇ ਥਰੂ ਇਹ ਨਾਗਰਿਕ ਪੁੱਛਣਾ ਚਾਹੁੰਦੇ ਆ ਵੀ ਸਾਡੇ ਨਾਲ ਇੰਨਾ ਵੱਡਾ ਧੋਖਾ ਕਿਸ ਕਾਰਨ ਕੀਤਾ ਤੇ ਅਸੀਂ ਕਿਹਦੇ ਕੋਲ ਜਾ ਕੇ ਰੋਈਏ? ਸਾਡੀਆਂ ਜਾਨਾਂ ਨੂੰ ਕੌਣ ਬਚਾਊਗਾ? ਸਾਡੇ 6 ਜਿਹੜੇ ਕਹਿ ਲਓ ਪਰਿਵਾਰਾਂ ਦੇ ਵਿੱਚ ਕਿੰਨੇ ਮੈਂਬਰ ਰਹਿੰਦੇ ਆ, ਵੀ ਉਹ ਤਬਾਹ ਹੋ ਚੁੱਕੀਆਂ ਕੋਠੀਆਂ ਬਿਲਕੁਲ, ਤੇ ਆ ਕੇ ਤਬਾਹ ਹੋਣ ਦੇ ਬਿਲਕੁਲ ਕਿਨਾਰੇ ਤੇ ਹੋਈ ਹੈ ਤਬਾਹ ਕੋਠੀ ਇਹ। ਤੇ ਵੀ ਸਾਡਾ ਰਖਵਾਲਾ ਕੌਣ ਹੈ? ਤੇ ਮਤਲਬ ਕਿੱਥੇ ਦੀ ਪੜ੍ਹਾਈ ਜਿਹੜੀ ਹੈ, ਜਿਵੇਂ ਤੁਸੀਂ ਇਮੀਡੀਏਟਲੀ ਇਹੋ ਜਿਹੀ ਜਿਹਦੇ ਲਾਈਫ ਥ੍ਰੈਟਨਿੰਗ ਸਿਚੁਏਸ਼ਨ ਹੋਵੇ ਤੇ ਉਸ ਦੇ ਵਿੱਚ ਮਤਲਬ ਮੈਨੇ ਉਹਦਾ ਸੋਲਿਊਸ਼ਨ ਨਾ ਮਿਲੇ, ਤੇ ਇਹਦੇ ਤਾਂ ਬਹੁਤ ਵੱਡੇ ਫਿਰ ਹੁਣ ਵੀ ਕਹਿੰਦੇ ਵੀ ਪੜ੍ਹ ਕੇ ਤਾਂ ਅਸੀਂ ਕਿਹੋ ਜਿਹੀ ਪੜ੍ਹਾਈ ਕੀਤੀ ਹੈ। ਬੜੇ ਪੜ੍ਹੇ ਲਿਖੇ ਆਫੀਸਰ ਹੈ ਸਾਡੇ ਸਾਰੇ, ਵੀ ਪੜ੍ਹ ਕੇ ਪੱਥਰ ਹੋ ਗਏ। ਤੇ ਹੁਣ ਤੁਸੀਂ ਫਿਰ ਮੈਂ ਸਵਾਲ ਤੁਹਾਨੂੰ ਪਹਿਲਾਂ ਵੀ ਕੀਤਾ ਸੀ ਵੀ ਹੋਣਾ ਤਾਂ ਚਾਹੀਦਾ ਸੀ ਪ੍ਰਸ਼ਾਸਨ ਨੂੰ, ਪਰ ਪ੍ਰਭ ਆਸਰਾ ਕਿਉਂ? ਜੇ ਪ੍ਰਭ ਆਸਰਾ ਲੋਕਾਂ ਦੀ ਮਦਦ ਕਰ ਰਿਹਾ ਹੈ ਤਾਂ ਫਿਰ ਸਰਕਾਰ ਰੱਬ ਆਸਰੀ ਹੈ ਜੀ। ਦੇਖੋ, ਜੇਕਰ ਸਵਾਲ ਇਹ ਹੁੰਦਾ ਹੈ ਵੀ ਜੇਕਰ ਪਰਿਵਾਰ ਦਾ ਮੁਖੀਆ ਸਾਡੇ ਪਰਿਵਾਰ ਦੇ ਮੈਂਬਰ ਕੋਲ ਨਹੀਂ ਹੈ ਤੇ ਦੂਜੇ ਮੈਂਬਰ ਜਿਹੜੇ ਹੈਗੇ ਉਹਨਾਂ ਦਾ ਫਰਜ਼ ਬਣਦਾ ਕਿ ਨਹੀਂ ਬਣਦਾ? ਇੱਕ ਪਰਿਵਾਰ ਹੈ, ਸਮਾਜਿਕ ਪਰਿਵਾਰ ਹੈ ਇਹ। ਤੇ ਜੇਕਰ ਹੁਣ ਉਹ ਮੁਖੀਏ ਜਿਹੜੇ ਕਿ ਲਾਈਕ ਜਿਨ੍ਹਾਂ ਦੇ ਅੰਡਰ ਇਹ ਸਾਰੀ ਮੈਨੇਜਮੈਂਟ ਹੈਗੀ ਹੈ, ਜੇਕਰ ਉਹ ਇੱਥੇ ਨਾ ਹੋਣ, ਹੁਣ ਸਾਡੇ ਤਾਂ ਸਮਾਜਿਕ ਪਰਿਵਾਰ ਦੇ ਮੈਂਬਰ ਸਮੂਹ ਹੈ ਇੱਕ ਮਨੁੱਖੀ, ਤੇ ਇਹਦੇ ਵਿੱਚ ਤੁਸੀਂ ਮੈਂਬਰ ਹੋਣ ਦੇ ਨਾਤੇ ਫਰਜ਼ ਸਮਝ ਲਿਆ ਜੀ, ਮਾਨਸ ਕੀ ਜਾਤ ਸਭਾ ਇੱਕ ਪਹਿਚਾਨ ਵੋ ਦਾ, ਪਰ ਪਰਿਵਾਰ ਦਾ ਮੁਖੀਆ ਭਗੌੜਾ ਹੈ ਆਪਣੇ ਫਰਜ਼ਾਂ ਤੋਂ। ਉਹ ਤਾਂ ਹੁਣ ਸਵਾਲ ਤੁਸੀਂ ਕਰ ਸਕਦੇ ਹੋ ਵੀ ਇਹ ਕੀ ਕਾਰਨ ਹੈ ਤੇ ਕਿੱਥੇ ਜਾਣ ਲੋਕ। ਇਹ ਮਤਲਬ ਕੀ ਕਿਸੇ ਲਾਈਕ ਦੂਜੀ ਸਟੇਟ ਨੂੰ, ਦੂਜੇ ਦੇਸ਼ ਨੂੰ ਆਪਣੇ ਦੁੱਖ ਦੱਸਣ? ਇਹਨਾਂ ਦਾ ਕਸੂਰ ਕੀ ਹੈ, ਇਹਨਾਂ ਨੂੰ ਦੱਸ ਦਿੱਤਾ ਜਾਵੇ। ਇਹਨਾਂ ਨੂੰ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਪਾ ਦਿੱਤਾ ਗਿਆ ਕਿ ਰਾਤਾਂ ਨੂੰ ਆਪਣੇ ਘਰਾਂ 'ਚ ਸੌ ਨਹੀਂ ਸਕਦੇ। ਮਾੜਾ ਜਿਹਾ ਜਦੋਂ ਮਾੜੀ ਜਿਹੀ ਵੀ ਬੱਦਲ ਹੁੰਦਾ ਹੈ ਤੇ ਇੱਕਦਮ ਮਤਲਬ ਸਾਰੇ ਕਿੱਦਾਂ ਰੋਂਦੀਆਂ ਬੀਬੀਆਂ, ਕਿੱਦਾਂ ਰੋਂਦੇ ਬੰਦੇ, ਕਿੱਦਾਂ ਬਾਰ-ਬਾਰ ਜਾ ਕੇ ਕਹਿੰਦੇ ਵੀ ਸਾਡਾ ਕੋਈ ਹੱਲ ਕੱਢ ਦਿਓ। ਮਤਲਬ ਇਹ ਸਾਰੇ ਜਿਹੜੇ ਹਾਲਾਤ ਬਣੇ ਹੋਏ ਹੈ, ਮੈਨੂੰ ਲੱਗਦਾ ਵੀ ਸਰਕਾਰ ਨੂੰ ਬੜੀ ਗੰਭੀਰਤਾ ਨਾਲ ਇਹਨੂੰ ਸਮਝ ਕੇ ਤੁਰੰਤ ਐਕਸ਼ਨ ਲੈਣੇ ਚਾਹੀਦੇ ਆ ਵੀ ਹੋ ਕੀ ਰਿਹਾ। ਤੁਸੀਂ ਵੀ ਇੱਥੇ ਹੁਣ ਕਿੰਨਾ ਸਮਾਂ ਹੋ ਗਿਆ ਜੀ ਤਬਾਹੀ ਮਚੀ ਨੂੰ? ਇਹ ਤਬਾਹੀ ਮਚੀ ਨੂੰ ਲਗਭਗ ਹਫ਼ਤਾ ਤੱਕ ਹੋ ਗਿਆ ਹੋਣਾ, ਤੇ ਅਸੀਂ ਤੁਰੰਤ ਇੱਥੇ ਹਾਜ਼ਰ ਹੋ ਕੇ ਆਪਣਾ ਕੰਮ ਸ਼ੁਰੂ ਕਰਤਾ ਸੀ। ਤੇ ਕੰਮ ਸ਼ੁਰੂ ਕਰਕੇ ਅਸੀਂ ਆਪਣੇ ਪੁਆਇੰਟ ਤੇ ਪਹੁੰਚ ਗਏ ਸੀ ਤੇ ਉਸ ਵੇਲੇ ਅਸੀਂ ਆਪਣੇ ਮਤਲਬ ਔਜ਼ਾਰ ਇਕੱਠੇ ਕਰਕੇ ਲੋੜੀਂਦੇ, ਤੇ ਉਸ ਤੋਂ ਬਾਅਦ ਰਾਤ ਨੂੰ ਅਸੀਂ ਸਮਝ ਲਓ ਆਪਣੀ ਪੂਰੀ ਤਿਆਰੀ, ਪੂਰਾ ਲਾਈਕ ਬੇਸ ਬਣਾ ਲਿਆ ਸੀ ਕੰਮ ਦਾ ਵੀ ਸਵੇਰੇ ਮਸ਼ੀਨਾਂ ਆ ਜਾਣਗੀਆਂ ਇੱਥੇ ਕੰਮ ਕਰਾਂਗੇ। ਸਵੇਰੇ ਪ੍ਰਸ਼ਾਸਨ ਆਇਆ, ਉਹ ਕਹਿੰਦੇ ਅਸੀਂ ਸਾਡਾ ਕੰਮ ਹੈ ਇਹ। ਬੜੇ ਅਲੱਗ-ਅਲੱਗ ਤਰ੍ਹਾਂ ਦੇ ਫੋਨ ਨੇ। ਪ੍ਰਭ ਆਸਰਾ ਦੀ ਡਿਊਟੀ ਹੈ। ਮੈਂ ਕਿਹਾ ਪ੍ਰਭ ਆਸਰਾ ਸਮਾਜ ਦਾ, ਠੀਕ ਹੈ, ਇੱਕ ਅਸੀਂ ਨਾਗਰਿਕ ਹੈ, ਅਸੀਂ ਸਾਰੇ ਨਾਗਰਿਕ ਹਾਂ, ਤੁਸੀਂ ਸਾਡੇ ਸੇਵਾਦਾਰ ਹੈ। ਵੀ ਇੱਥੇ ਪ੍ਰਭ ਆਸਰਾ ਦੀ ਡਿਊਟੀ, ਪ੍ਰਭ ਆਸਰਾ ਦੇ ਭੈਣ ਭਰਾ ਜਿਸ ਵੇਲੇ ਹੜਨ ਦੇ ਕਿਨਾਰੇ ਬੈਠੇ ਹੋਣ, ਰੁੜਨ ਦੇ ਕਿਨਾਰੇ ਬੈਠੇ ਹੋਣ, ਤਬਾਹ ਹੋਣ ਦੇ ਕਿਨਾਰੇ ਬੈਠੇ ਹੋਣ, ਤੇ ਪ੍ਰਭ ਆਸਰਾ ਕਿਉਂ ਨਹੀਂ ਖੜਾ ਹੋਊਗਾ? ਤੁਸੀਂ ਫਿਰ ਹਟ ਗਏ ਸੀ ਪਿੱਛੇ, ਫਿਰ ਤਾਂ ਪ੍ਰਸ਼ਾਸਨ ਨੇ ਮੋਰਚਾ ਸਾਂਭ ਲਿਆ ਹੋਣਾ ਜੀ। ਮੋਰਚਾ ਸਾਂਭ ਲਿਆ ਸੀ। ਇਹ ਕਰਤਾ ਸੀ ਇਹਨਾਂ ਨੇ ਸਾਫ਼ ਫਿਰ? ਉਹ ਤਾਂ ਹੁਣ ਤਸਵੀਰਾਂ ਤੁਸੀਂ ਦਿਖਾ ਸਕਦੇ ਆ ਵੀ ਮਤਲਬ ਕੀ ਹੋਇਆ ਸੀ। ਫਿਰ ਮੈਨੂੰ ਇਹਨਾਂ ਨੇ ਦੁਬਾਰਾ ਫਿਰ ਭੇਜਿਆ ਤੇ ਮੈਸੇਜ, ਫੋਨ ਦੁਬਾਰੇ ਜਦੋਂ ਇਹਨਾਂ ਨੇ ਕਿਹਾ ਤੇ ਮੈਂ ਫਟਾਫਟ ਫਿਰ ਉੱਥੇ ਆਇਆ। ਕਹਿੰਦੇ ਦੇਖਿਓ ਜਰਾ ਪਾਣੀ ਦਾ ਫਲੋ ਕਿੱਧਰ ਨੂੰ ਜਾ ਰਿਹਾ। ਜਿਹੜਾ ਇੱਧਰ 10% ਆ ਵੀ ਰਿਹਾ ਸੀ ਉਹ ਵੀ ਉੱਧਰ ਡਾਇਵਰਟ ਹੋ ਗਿਆ। ਔਰ ਫਿਰ ਉਹਨਾਂ ਨੇ ਇੱਥੇ ਜੋ ਅਸੀਂ ਰਸਤੇ ਬਣਾਏ ਸੀ ਉਹ ਫਿਰ ਪਟਪੁਰ ਕਹਿੰਦੇ ਵੀ ਨਹੀਂ ਅਜੇ ਹੋ ਹੀ ਨਹੀਂ ਸਕਦਾ, ਬਿਲਕੁਲ ਜਦੋਂ ਸੁੱਕ ਜਾਏਗਾ ਉਸ ਤੋਂ ਬਾਅਦ ਕੀਤਾ ਜਾਏਗਾ। ਮੈਂ ਕਿਹਾ ਜੇ ਰਾਤ ਨੂੰ ਪਾਣੀ ਆ ਗਿਆ, ਕਹਿੰਦੇ ਹੁਣ ਤਾਂ ਜੀ ਰਾਤ ਹੋ ਗਈ, ਹੁਣ ਨਹੀਂ ਕੁਝ ਵੀ ਉਸਦਾ, ਸਵੇਰੇ ਦੇਖਾਂਗੇ। ਮੈਂ ਕਿਹਾ ਵੀ ਪਾਣੀ ਦੀ ਦੁਨੀਆ ਵਿੱਚ ਰਾਤ ਨਹੀਂ ਹੈਗੀ,
ਪਾਣੀ ਇੰਨਾ ਥੋੜ੍ਹੇ ਆ ਜੀ, ਪਾਣੀ ਨੇ ਤਾਂ ਰਾਹ ਬਣਾ ਹੀ ਲੈਣਾ। ਪਾਣੀ ਨੇ ਰਾਹ ਬਣਾ ਲੈਣਾ ਤੇ ਉਹਨੇ ਰਾਤ ਦਿਨ ਉਹਦੀ ਦੁਨੀਆ ਵਿੱਚ ਨਹੀਂ ਹੈਗਾ। ਤੇ ਤੁਸੀਂ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਰਾਤ ਤੁਹਾਨੂੰ ਯਾਦ ਕਿੱਥੋਂ ਆ ਗਈ? ਤੁਹਾਡਾ ਪਰਿਵਾਰ, ਤੁਹਾਡਾ ਨਾਗਰਿਕ ਇੰਨੀ ਸਮੱਸਿਆ ਦੇ ਵਿੱਚ ਹੋਵੇ ਤੇ ਤੁਹਾਨੂੰ ਇਸ ਵੇਲੇ ਤੁਸੀਂ ਸੂਈਆਂ ਦੇਖਣੇ ਕਿ ਕੰਮ ਦੇਖਣਾ? ਤੇ ਇਹੋ ਜਿਹੇ ਸਵਾਲ ਫਿਰ ਜਿਹੜੇ ਹੈਗੇ ਸੀ ਅਖੀਰ ਤੇ ਫਿਰ ਉਹ ਕਹਿੰਦੇ ਬਸ ਜੋ ਹੋ ਸਕਦਾ ਸੀ ਹੋ ਗਿਆ, ਇਹ ਤਾਂ ਜਦੋਂ ਬਿਲਕੁਲ ਸੁੱਕ ਜੂਗੀ ਉਸ ਤੋਂ ਬਾਅਦ ਹੋਏਗਾ। ਮਤਲਬ ਹੱਥ ਖੜੇ ਕਰ ਗਏ ਜੀ ਪ੍ਰਸ਼ਾਸਨ, ਇਹ ਕਹਿ ਲਈਏ। ਮਤਲਬ ਇਹ ਸਾਹਮਣੇ ਜੋ ਦੇਖਦੇ ਆਪਾਂ ਦਰਖਤ ਪਏ ਹੈਗੇ ਆ, ਪਾਣੀ ਲਈ ਰਸਤਾ ਕੋਈ ਨਹੀਂ ਹੈਗਾ ਤੇ ਹੁਣ ਵੀ ਦਰਖਤ ਗਿਰ ਰਹੇ ਆ, ਪਾਣੀ ਉਧਰ ਨੂੰ ਅਜੇ, ਨਾਲੇ ਅਜੇ ਪਾਣੀ ਦਾ ਲੈਵਲ ਵੀ ਨਹੀਂ ਵਧਿਆ। ਜੇ ਥੋੜਾ ਜਿਹਾ ਲੈਵਲ ਵੱਧ ਜਾਂਦਾ ਹੈ ਬੜਾ ਕਲੀਅਰ ਹੈ ਕਿ ਕਰਾਲੀ ਨਹੀਂ ਹੈਗੀ। ਉਹ ਕੋਲ ਸਾਹਮਣੇ ਟੈਂਕੀ ਹੈਗੀ ਹੈ, ਉਹਨੂੰ ਜਾ ਕੇ ਟਕਰਾ ਪਾਣੀ ਬਿਲਕੁਲ ਉਹਦੇ 10 ਫੁੱਟ ਵੀ ਨਹੀਂ ਰਹਿ ਗਏ ਹੁਣ। ਤੇ ਉਹ ਟੈਂਕੀ ਨੇ ਇੱਕਦਮ ਜਦੋਂ ਇੱਧਰ ਨੂੰ ਗਿਰਨਾ ਹੈ ਨਾ ਤੇ ਇੱਧਰ ਬੰਨ ਲਾ ਦੇਣਾ ਤੇ ਸਾਰੀ ਕਰਾਲੀ, ਨਾ ਇਕੱਲੀ ਕੋਈ ਕਲੋਨੀ ਨਹੀਂ, ਸਾਰੀ ਕਰਾਲੀ ਜਿਹੜੀ ਉਹਦੀ ਲਪੇਟ 'ਚ ਆ ਰਹੀ ਹੈ। ਪੂਰਾ ਸ਼ਹਿਰ ਜਾਊਗਾ ਜੀ। ਪੂਰਾ ਸ਼ਹਿਰ ਜਾਊਗਾ, ਪਰ ਕਿਸੇ ਦਾ ਕੀ ਜਾਊਗਾ? ਜਿਹਦਾ ਜਾਊਗਾ ਉਹਦਾ ਜਾਊਗਾ। ਤੇ ਬਿਲਕੁਲ ਤੁਸੀਂ ਮਸ਼ੀਨ ਬੜੀ ਵੱਡੀ ਹੁਣ ਲੈ ਕੇ ਆਂਦੀ ਹੈ ਜੀ। ਇਹ ਛੋਟੀਆਂ ਮਸ਼ੀਨਾਂ ਨਾਲ ਹੈ ਨਹੀਂ ਸੀ ਪੋਸੀਬਲ, ਇਹਦੇ ਨਾਲ ਹੀ ਹੋਊਗਾ। ਇਹ ਛੋਟੀਆਂ ਮਸ਼ੀਨਾਂ ਦੇ ਨਾਲ ਇਹ ਮਤਲਬ ਜਿਸ ਹਿਸਾਬ ਨਾਲ ਲਾਇਆ ਗਿਆ ਹੈ ਉਸ ਹਿਸਾਬ ਨਾਲ ਛੋਟੀਆਂ ਮਸ਼ੀਨਾਂ ਨਾਲ ਸੰਭਵ ਨਹੀਂ ਹੋ ਰਿਹਾ। ਤੇ ਇਸ ਕਰਕੇ ਸਾਡੇ ਸਾਹਮਣੇ ਸਵਾਲ ਇੱਕੋ ਹੀ ਹੈ ਵੀ ਹਰ ਕੀਮਤ ਤੇ ਮਤਲਬ ਨਾਗਰਿਕ ਸੇਫ ਹੋਵੇ ਤੇ ਮਸ਼ੀਨ ਜਿੱਡੀ ਮਰਜ਼ੀ ਵੱਡੀ ਲਿਆਉਣੀ ਪੈ ਜੇ। ਅਸੀਂ ਐਕਸਪਰਟ ਨੂੰ ਦਿਖਾਇਆ, ਕਹਿੰਦਾ ਜੀ 40 ਟਨ ਦੀ ਮਸ਼ੀਨ ਠੀਕ ਹੈ। ਤੇ ਮੈਂ ਕਿਹਾ ਕੋਈ ਕਮੀ ਤਾਂ ਨਹੀਂ ਰਹੂਗੀ? ਕਹਿੰਦਾ ਤੁਹਾਨੂੰ ਸ਼ੱਕ ਜਾਏ ਕੁਛ? ਮੈਂ ਕਿਹਾ ਵੀ ਮੈਨੂੰ ਸ਼ੱਕ ਇੱਦਾਂ ਲੱਗਦਾ ਵੀ ਟਾਈਮ ਜ਼ਿਆਦਾ ਵੇਸਟ ਨਾ ਹੋਵੇ। ਕਹਿੰਦਾ ਫਿਰ ਡਬਲ ਕਰ ਦਈਏ? ਮੈਂ ਕਿਹਾ ਵੀ ਡਬਲ ਕਰ ਦਿਓ। ਕਹਿੰਦਾ ਵੀ ਉੱਥੋਂ ਬੱਦੀ ਤੋਂ ਕਹਿੰਦਾ 80 ਦੀ ਭੇਜ ਦਈਏ, 80 ਟਨ ਦੀ ਮਸ਼ੀਨ। ਮੈਂ ਕਿਹਾ ਵੀ ਉਹ ਤੁਹਾਨੂੰ ਪਤਾ ਹੋਊਗਾ, ਤੁਸੀਂ ਮਾਸਟਰ, ਜਿਵੇਂ ਡਾਕਟਰ ਨੂੰ ਪਤਾ ਹੁੰਦਾ ਮੈਂ ਆਪਰੇਸ਼ਨ ਕਿਹੜੇ ਔਜ਼ਾਰਾਂ ਨਾਲ ਕਰਨਾ। ਉਹ ਕਹਿੰਦਾ ਵੀ ਮੈਂ ਇਹਦੀ ਭੇਜ ਰਿਹਾ ਫਟਾਫਟ। ਤੇ ਉਹ ਫਿਰ ਰਾਤ ਅਸੀਂ ਮਸ਼ੀਨ ਵੱਡੀ ਹੋਣ ਕਰਕੇ, ਇਹਦਾ weight ਜ਼ਿਆਦਾ ਹੋਣ ਕਰਕੇ ਤੇ ਰਸਤੇ ਜਿਹੜੇ ਪ੍ਰੋਪਰ ਨਾ ਹੋਣ ਕਰਕੇ ਤਕਰੀਬਨ ਰਾਤ ਸਾਡੀ ਕਾਫੀ ਜਿਹੜੀ ਹੈ ਉਹ ਰਸਤੇ 'ਚ ਇਹਨੂੰ ਇੱਥੋਂ ਤੱਕ ਲਿਆਉਣ ਵਿੱਚ ਹੀ ਲੱਗ ਗਈ। ਸਵੇਰੇ ਅਸੀਂ ਹੁਣ ਫਿੱਟ ਕੀਤੀ ਹੈ ਤੇ ਹੁਣ ਅਸੀਂ ਲਾਉਣੀ ਸੀ ਅੱਗੇ, ਪਰ ਉਹ ਰਸਤਾ ਜਿਹੜਾ ਸੀ ਥੋੜ੍ਹਾ ਜਿਹਾ ਜਦੋਂ ਪ੍ਰਸ਼ਾਸਨ ਦੀਆਂ ਮਸ਼ੀਨਾਂ ਲੱਗੀਆਂ ਉਸ ਵੇਲੇ ਉਹ ਰਸਤਾ ਖਰਾਬ ਹੋ ਗਿਆ। ਹੁਣ ਇਹਨੇ ਲੈਣਾ 28 ਫੁੱਟ ਰਸਤਾ, 28 ਫੁੱਟ ਜਗ੍ਹਾ, ਤੇ ਉਹ ਇਸ ਕਰਕੇ ਸਾਨੂੰ ਥੋੜ੍ਹੀ ਜਿਹੀ ਪਿੱਛੇ ਲਾਉਣੀ ਪੈ ਰਹੀ ਹੈ। ਤੇ ਕੱਢ ਕੇ ਇੱਥੋਂ ਅਸੀਂ ਬੜੇ ਆਪਣੇ ਜਿਹੜੇ ਐਕਸਪਰਟ ਹੈ ਇਸ ਫੀਲਡ ਦੇ, ਰਿਟਾਇਰਡ ਪਰਸਨ, ਉਹਨਾਂ ਦੀ ਸਲਾਹ ਦੇ ਨਾਲ ਵੀ ਤਾਂ ਕਿ ਪਾਣੀ ਦੀ ਡਾਇਰੈਕਸ਼ਨ ਜਿਹੜੀ ਹੈ ਨਾ ਉਹਨੂੰ ਡਾਈਵਰਟ ਕਰ ਦਈਏ ਤਾਂ ਕਿ ਆਹ ਕਲੋਨੀ ਸੇਫ ਹੋ ਜਾਏ ਜੀ। ਤੇ ਹੁਣ ਰਾਹ ਬਚਿਆ ਇਸ ਕਲੋਨੀ ਨੂੰ ਕੋਈ ਇਸ ਸਮੇਂ, ਜਾਂ ਫਿਰ ਨਦੀ ਵਿੱਚੋਂ? ਅਸੀਂ ਤਾਂ ਨਦੀ 'ਚੋਂ ਟਰੈਕਟਰ ਤੇ ਬਹਿ ਕੇ ਆਏ ਹਾਂ ਜੀ। ਹਾਂ ਨਹੀਂ, ਰਾਹ ਕੋਈ ਨਹੀਂ ਬਚਿਆ। ਰਾਹ ਤਾਂ ਮਤਲਬ ਰਾਹ ਤਾਂ ਬੜੀ ਦੂਰ ਦੀ ਗੱਲ ਹੈ ਵੀ ਰਾਹ ਬਚਿਆ ਜਾਂ ਕੀ ਬਚਿਆ। ਹੁਣ ਤਾਂ ਇਹ ਬਚੇ ਹੈ, ਕਿੰਨੀ ਕੁ ਦੇਰ ਬਚੇ ਹੋਏ ਆ, ਸਵਾਲ ਤਾਂ ਸਿਰਫ ਇੱਦਾਂ ਦਾ ਹੈਗਾ। ਹੁਣ ਤਾਂ ਕੋਈ ਵੀ ਪਤਾ ਹੀ ਨਹੀਂ ਕਦੋਂ ਕੀ ਹੋ ਜਾਣਾ। ਜਿਸ ਵੇਲੇ ਪਾਣੀ ਮਾੜਾ ਜਿਹਾ ਵੀ ਆ ਗਿਆ ਨਾ ਵੀ ਪਾਣੀ ਨੇ ਹੁਣ ਬਖਸ਼ਣਾ ਕਿਸੇ ਨੂੰ ਨਹੀਂ ਹੈਗਾ। ਜਿੰਨੀ ਕਮਜ਼ੋਰ ਮਿੱਟੀ ਉੱਧਰ ਹੈਗੀ ਹੈ ਤੇ ਆਪਣੇ ਆਪ ਹੀ ਦਰਖਤ ਗਿਰੀ ਜਾ ਰਹੇ ਹੈ ਤੇ ਖਾਰ ਪੈ ਚੁੱਕੀ ਹੈ। ਆਹ ਸਾਹਮਣੇ ਖੰਭਾ ਦੇਖੋ ਤੁਸੀਂ ਕਿੱਦਾਂ, ਇਹਨੇ ਗਿਰ ਜਾਣਾ ਜੇ ਮਾੜਾ ਜਿਹਾ ਪਾਣੀ ਆ ਗਿਆ। ਹੋਰ ਆਹ ਥੱਲੇ ਮਿੱਟੀ ਖਤਮ ਹੋ ਚੁੱਕੀ ਹੈ। ਇਹ ਪੈਪ ਪੂਪ ਤਾਂ ਸਾਨੂੰ ਦਿਖਦੇ ਨਹੀਂ ਸੀ, 12 ਫੁੱਟ ਪੈਪ ਹੁਣ ਸਾਨੂੰ ਪਿੱਛੋਂ ਦਿਖ ਰਹੇ ਜਿਹੜੇ ਬਿਲਕੁਲ ਵੀ ਨਹੀਂ ਸੀ ਦਿਖਦੇ। ਤੇ ਇਸ ਕਰਕੇ ਮਤਲਬ ਪੈਣਾ ਮੀਂਹ ਕਿਤੇ ਹੈ ਤੇ ਪਾਣੀ ਨੇ ਇੱਥੇ ਆ ਜਾਣਾ। ਤੇ ਉਸ ਵੇਲੇ ਮਤਲਬ ਫਿਰ ਇਹਨੂੰ ਕੌਣ ਰੈਸਕਿਊ ਕਰੂਗਾ, ਕੌਣ ਬਚਾਊਗਾ, ਕੌਣ ਇਹਨਾਂ ਦੀ ਜਾਨ ਦੀ ਰਖਵਾਲੀ ਕਰੂਗਾ, ਕੌਣ ਇਹਨਾਂ ਦੇ ਮਾਲ ਦੀ ਰਖਵਾਲੀ ਕਰੂਗਾ? ਇੰਨੀ ਮਾਨਸਿਕ ਪੀੜਾ ਦੇ ਵਿੱਚ ਜਿਹੜੀ ਇਹ ਰਹਿ ਰਹੇ ਹੈ ਇਸ ਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਮੈਂ ਫੇਰ ਕਹਿ ਰਿਹਾ ਵੀ ਪੜ੍ਹ ਕੇ ਕਿੰਨਾ ਸਾਰੇ ਸਾਡੇ ਸਮਾਜ ਵਸਦਾ ਹੈ। ਸਮਾਜ ਦੇ ਵੀ ਸਾਡੇ ਸਮਾਜਿਕ, ਧਾਰਮਿਕ, ਹਰ ਤਰ੍ਹਾਂ ਦੀ ਸ਼ਖਸੀਅਤਾਂ ਜਿਹੜੀਆਂ ਕੰਮ ਕਰਨ ਨੂੰ ਤਿਆਰ ਵੀ ਹੈਗੀਆਂ ਵੀ ਕੋਈ ਸਟ੍ਰੈਟਜੀ ਬਣਾ ਕੇ ਸਰਕਾਰ ਦੇਵੇ। ਜੇ ਸਰਕਾਰ ਨੂੰ ਮੁਸ਼ਕਲ ਆ ਰਹੀ ਹੈ ਰਲ ਮਿਲ ਕੇ ਸਾਰੇ ਕਰ ਲੈਣਗੇ। ਆਪਣੇ ਭਰਾਵਾਂ ਨੂੰ ਬਚਾ ਨਹੀਂ ਸਕਦੇ, ਆਪਣੇ ਭੈਣਾਂ ਨੂੰ ਬਚਾ ਨਹੀਂ ਸਕਦੇ, ਬਚਾ ਸਕਦੇ ਆ, ਪਰ ਉਸ ਦੀ ਕੋਈ ਮਰਿਆਦਾ ਸਟ੍ਰੈਟਜੀ ਤਾਂ ਹੋਵੇ। ਤੇ ਹੁਣ ਸਾਨੂੰ ਹੀ ਇੱਥੇ ਕੋਈ ਦੱਸ ਦਿੰਦੇ ਵੀ ਇਸ ਤਰ੍ਹਾਂ ਕਰ ਲਓ ਤੇ ਅਸੀਂ ਬੜਾ ਸੌਖੇ ਤਰੀਕੇ ਨਾਲ ਕਰ ਲੈਣਾ ਸੀ। ਟੈਕਨੀਕਲ ਟੀਮ ਭੇਜ ਦਿੰਦੇ, ਬੜਾ ਸੌਖਾ ਹੋ ਜਾਣਾ। ਤੁਸੀਂ ਤਾਂ ਨਹੀਂ ਹੁਣ ਹੱਥ ਖੜੇ ਕਰਦੇ ਇੱਥੇ ਜੀ, ਕਰਕੇ ਹੀ ਜਾਓਗੇ? ਦੇਖੋ ਸਾਡੀ ਤਾਂ ਹਰ ਸੰਭਵ ਕੋਸ਼ਿਸ਼ ਹੈ ਇਹਨੂੰ ਜਿੰਨਾ ਮਰਜ਼ੀ ਟਾਈਮ ਲੱਗ ਜਾਏ, ਠੀਕ ਹੈ। ਅਸੀਂ ਪੂਰਾ ਇਹਨੂੰ ਮਤਲਬ ਸਾਡੀ ਕੋਸ਼ਿਸ਼ ਕਿ ਇਹ ਕਲੋਨੀ ਦੀ ਜਿਹੜੀ ਪਾਣੀ ਦੀ ਕਲੋਨੀ ਵੱਲ ਨੂੰ ਮੂੰਹ ਹੋ ਗਿਆ ਨਾ, ਡਾਇਰੈਕਸ਼ਨ ਹੋ ਗਈ ਵੀ ਉਹਨੂੰ ਚੇਂਜ ਕਰਕੇ ਜਿਹੜੀ ਵੱਡੀ ਰੁਕਾਵਟ ਹੈ ਜਿਸ ਕਰਕੇ ਪ੍ਰੋਬਲਮ ਆ ਰਹੀ ਹੈ ਵੀ ਇਹ ਵੱਡੀ ਰੁਕਾਵਟ ਨੂੰ ਖੋਲ੍ਹਣਾ ਹੈਗਾ। ਵੀ ਮਸ਼ੀਨਰੀ ਚੇਂਜ ਕਰਨੀ ਪੈ ਸਕਦੀ ਹੈ, ਟਾਈਮ ਵੱਧ ਘੱਟ ਲੱਗ ਸਕਦਾ ਹੈਗਾ ਤੇ ਰਸਤੇ ਸਾਥ ਨਹੀਂ ਦੇ ਰਹੇ, ਵੱਡੀ ਗੱਲ ਜਿਹੜੀ ਹੈਗੀ ਹੈ। ਤੇ ਜੇ ਮਸ਼ੀਨ ਹੋਰ ਲਿਆਉਣੀ ਪੈਂਦੀ ਅਸੀਂ ਹੋਰ ਮਸ਼ੀਨ ਲਿਆਵਾਂਗੇ, ਪਰ ਇਹ ਨਹੀਂ ਕਿ ਨਾਗਰਿਕ ਨੂੰ ਕਹਿ ਦਈਏ ਵੀ ਬਸ ਤੁਹਾਨੂੰ ਤੁਹਾਡੇ ਹੁਣ ਇਸ ਵੇਲੇ ਤੁਸੀਂ ਕਿਹਾ ਸੀ ਨਾ ਵੀ ਰੱਬ ਦੇ ਆਸਰੇ ਛੱਡਤਾ, ਪ੍ਰਭ ਦੇ ਆਸਰੇ ਛੱਡਤਾ। ਨਾਗਰਿਕ ਰੱਬ ਇਹ ਨਹੀਂ ਕਹਿੰਦਾ, ਰੱਬ ਕਹਿੰਦਾ ਮੈਂ ਤਾਂ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਖੁਦ ਕਰਦੇ ਆ। ਤੇ ਇਸ ਕਰਕੇ ਮਤਲਬ ਇਹਨਾਂ ਨਾਗਰਿਕਾਂ ਦੀ ਜਿਹੜੀ ਲੋੜ ਹੈਗੀ ਹੈ ਜਾਂ ਸ਼ਹਿਰ ਦੀ ਲੋੜ ਹੈ, ਸ਼ਹਿਰ ਨੂੰ ਹੜ੍ਹਨ ਤੋਂ ਬਚਾਉਣ ਲਈ ਸਾਡੇ ਵੱਲੋਂ ਹਰ ਸੰਭਵ ਕੋਸ਼ਿਸ਼ ਹੈ। ਮਸ਼ੀਨਰੀ ਬਦਲਣੀ ਪੈ ਸਕਦੀ ਹੈ ਸਾਨੂੰ। ਸੋ ਵੱਡਾ ਸਵਾਲ ਇਹ ਆ ਕਿ ਨਦੀ ਦਾ ਰਾਹ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਆ ਪ੍ਰਭ ਆਸਰਾ ਟਰਸਟ ਤੋਂ ਵੀਰ ਸ਼ਮਸ਼ੇਰ ਸਿੰਘ ਹੋਰੀ, ਪਰ ਗੱਲ ਇਹ ਆ ਕਿ ਕੀ ਰਾਹ ਜਿਹੜਾ ਖੋਲ੍ਹਿਆ ਜਾ ਰਿਹਾ ਨਦੀ ਦਾ ਇਹੀ ਰਾਹ ਹੈ? ਕਿ ਰਾਹ ਨਦੀ ਦਾ ਤੈਅ ਕੀਤਾ ਜਾ ਸਕਦਾ? ਨਦੀ ਕਈ ਏਕੜਾਂ ਦੇ ਵਿੱਚ ਫੈਲੀ ਹੋਈ ਸੀ, ਜੇ ਉਸ ਨਦੀ ਨੂੰ
ਉਹਦੇ ਉੱਤੇ ਕਬਜ਼ੇ ਕੀਤੇ ਗਏ ਆ, ਜੇ ਉਸ ਨਦੀ ਦੇ ਉੱਤੇ ਮਕਾਨ ਬਣੇ ਆ ਤਾਂ ਕੀ ਇਹ ਰਾਹ ਖੁੱਲਣ ਤੋਂ ਬਾਅਦ ਇਹ ਸੁਖਾਲਾ ਹੋ ਜਾਏਗਾ? ਇਹ ਵੱਡਾ ਸਵਾਲ ਆ। ਜਿਹੜਾ ਰਾਹ ਨਦੀ ਦਾ ਬੰਦ ਕੀਤਾ ਗਿਆ ਸੀ ਉਸ ਰਾਹ ਨੂੰ ਖੋਲ੍ਹਣ ਵੱਲ ਵੀ ਕੋਈ ਯਤਨ ਕੀਤਾ ਜਾਊਗਾ? ਜਿਹੜੇ ਲੋਕ ਅੱਜ ਵੀ ਉਜਾੜੇ ਦੇ ਵਿੱਚ ਬੈਠੇ ਆ, ਜਿਹੜੇ ਘਰ ਢਹਿ ਚੁੱਕੇ ਆ, ਜਿਹੜੇ ਹੁਣ ਵੀ ਖਤਰੇ ਦੇ ਵਿੱਚ ਬੈਠੇ, ਇਹਨਾਂ ਨੂੰ ਕਿਸੇ ਹੋਰ ਪਾਸੇ ਵਸਾ ਕੇ ਕਿਉਂ ਸਾਰੀ ਨਦੀ ਨੂੰ ਪਹਿਲਾਂ ਵਰਗੀ ਨਹੀਂ ਕਰ ਦਿੱਤਾ ਜਾਂਦਾ? ਸੋ ਮਸ਼ੀਨ ਲੱਗੀ ਹੋਈ ਹੈ, ਇਹ ਉਹ ਪਾਈਪ ਆ, ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਇੱਥੋਂ ਕਿ ਇਹ ਪਾਈਪ ਪਾ ਕੇ ਇੱਥੇ ਦਿਖਾਇਆ ਗਿਆ ਸੀ, ਦਰਸਾਇਆ ਗਿਆ ਸੀ ਕਿ ਤੁਸੀਂ ਇੱਥੇ ਬਿਲਕੁਲ ਸੇਫ ਹੋ। ਇੱਥੇ ਪੁਲੀ ਲੱਗੀ ਹੋਈ ਹੈ ਤੇ ਨਦੀ ਜਾਂ ਨਦੀ ਨੂੰ ਨਾਲਾ ਕਹਿ ਕੇ ਇਹ ਦਰਸਾਇਆ ਗਿਆ ਸੀ ਵੀ ਇੱਥੋਂ ਪਾਣੀ ਲੰਘੀ ਜਾਣਾ, ਬਹੁਤ ਖੁੱਲੀ ਥਾਂ ਹੈ, ਇੱਥੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੋ ਸਕਦਾ। ਪਰ ਜਿਹੜੀ ਟਿੱਚਰ ਕੁਦਰਤ ਨੂੰ ਕੀਤੀ ਗਈ ਸੀ, ਉਹ ਟਿੱਚਰ ਦਾ ਕੀ ਸਿਲਾ ਭੁਗਤਣਾ ਪਿਆ, ਕੀ ਕੁਝ ਉਸ ਟਿੱਚਰ ਦੇ ਚੱਲਦਿਆਂ ਹੋਇਆ, ਉਹ ਉਜਾੜਾ ਤੁਹਾਡੇ ਸਾਹਮਣੇ ਆ। ਪਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੁਣ ਇਹਨਾਂ ਪਾਈਪਾਂ ਨੂੰ ਹਟਾ ਕੇ, ਜਿਨ੍ਹਾਂ ਦੇ ਵਿੱਚ ਦਰਖਤ ਵਗੈਰਾ ਆ ਕੇ ਫਸ ਗਏ ਸੀ, ਇਹਨਾਂ ਨੂੰ ਹਟਾ ਕੇ ਨਦੀ ਦਾ ਰਾਹ ਦੁਬਾਰਾ ਖੋਲ੍ਹਿਆ ਜਾਵੇ, ਉਸ ਦੇ ਲਈ ਕੰਮ ਚੱਲ ਰਿਹਾ ਹੈ। ਪਰ ਇਹ ਕੰਮ ਜੋ ਚੱਲ ਰਿਹਾ ਹੈ ਇਹ ਕਿਸੇ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਸਰਕਾਰ ਵੱਲੋਂ ਨਹੀਂ ਚੱਲ ਰਿਹਾ। ਇੰਨੇ ਉਜਾੜੇ ਤੋਂ ਬਾਅਦ ਵੀ ਇਸ ਥਾਂ ਦੇ ਉੱਤੇ ਪ੍ਰਭ ਆਸਰਾ ਜੋ ਕਿ ਇੱਕ ਸੰਸਥਾ ਹੈ ਉਹ ਇੱਥੇ ਮੌਜੂਦ ਆ, ਉਹਨਾਂ ਵੱਲੋਂ ਹੀ ਕੰਮ ਚਲਾਇਆ ਜਾ ਰਿਹਾ। ਸੋ ਅੱਗੇ ਵੀ ਹੋਰ ਜਿਹੜੇ ਲੋਕ ਹੈਗੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਜੋ ਵਰਤਾਰਾ ਇਹ ਪੂਰਾ ਵਾਪਰਿਆ ਇਹਦੀ ਵਜ੍ਹਾ ਕੀ ਆ। ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਕੰਮ ਕੀਤਾ ਜਾ ਰਿਹਾ ਤੇ ਪਾਈਪ ਜਿਹੜੇ ਹੈਗੇ ਆ ਇਸ ਥਾਂ ਦੇ ਉੱਤੇ ਪਾਏ ਹੋਏ ਸੀ ਤੇ ਇਹ ਪਾਈਪ ਪਾ ਕੇ ਪੁਲੀ ਬਣਾਈ ਹੋਈ ਸੀ ਇੱਥੇ, ਤੇ ਹੁਣ ਇਹਨਾਂ ਨੂੰ ਪਾਈਪਾਂ ਨੂੰ ਜਦੋਂ ਕੱਢਿਆ ਜਾਵੇਗਾ ਉਸ ਤੋਂ ਬਾਅਦ ਹੀ ਇਹ ਕੰਮ ਹੋ ਸਕੇਗਾ। ਕਿਵੇਂ ਦੇਖਦੇ ਹੋ ਜਿਹੜੇ ਇਹ ਪਾਈਪ ਪਏ ਹੋਏ ਸੀ, ਕਲੋਨੀ ਵਸੀ ਹੋਈ ਸੀ, ਸਾਰੀ ਕਲੋਨੀ ਉੱਜੜ ਜਾਂਦੀ ਹੈ। ਰਾਹ ਤਾਂ ਉਹ ਕਹਿੰਦੇ ਬਣਾਇਆ ਹੋਇਆ ਸੀ, ਅਸੀਂ ਇੰਨਾ ਕੁ ਛੱਡਿਆ ਹੋਇਆ ਸੀ, ਪਰ ਫਿਰ ਵੀ ਨਦੀ ਕਿੱਦਾਂ ਇੰਨਾ ਜ਼ਿਆਦਾ ਕਰ ਗਈ? ਦੇਖੋ ਵੀਰ ਜੀ, ਪਹਿਲੀ ਤਾਂ ਗੱਲ ਇਹ ਹੈ ਵੀ ਨਦੀ ਜਿਹੜੀ ਹੈਗੀ ਹੈ ਇੰਨੇ ਕੁ 15-20 ਫੁੱਟ ਨੂੰ ਤਾਂ ਨਦੀ ਕਹਿ ਨਹੀਂ ਸਕਦੇ, ਇੱਕ ਨਾਲਾ ਬਣਾ ਦਿੱਤਾ ਉਹਨਾਂ ਨੇ ਬਿਲਕੁਲ। ਦੂਜੀ ਆ ਜੇ ਕਲੋਨੀ ਵਿਛਾਉਣ ਦੀ, ਜੇਕਰ ਆਪਾਂ ਸ਼ਰਤਾਂ ਦੇਖੀਏ ਉਸ ਦੇ ਅਨੁਸਾਰ ਸਭ ਕੁਝ ਇਨਲੀਗਲ ਹੈ। ਨਦੀ ਦੇ ਕੰਢੇ ਦੇ ਉੱਤੇ ਕੋਈ ਕਿਧਰੇ ਰਸਤਾ ਵੀ ਨਹੀਂ ਲਗਾਇਆ ਗਿਆ ਤੇ ਉਹਨਾਂ ਨੇ ਤਾਂ ਇਹ ਦਿਖਾਉਣ ਦੇ ਲਈ ਦੋਨੇ ਪਾਸੇ ਪੱਥਰਾਂ ਦੀ ਦੀਵਾਰ ਕਰਕੇ ਕਿ ਇਹ ਇੱਕ ਨਾਲਾ ਹੈ ਪਿਕਨਿਕ ਲਈ, ਤੇ ਇਹ ਪਤਾ ਨਾ ਲੱਗੇ ਕਿ ਆਰ ਤੇ ਪਾਰ ਦਾ ਇੱਕ ਵਿੱਚ ਪੱਥਰ ਲਗਾ ਕੇ ਥੋੜੀ ਜਿਹੀ ਪੁਲੀ ਬਣਾਤੀ ਇਹ, ਕਿ ਲੋਕੀ ਆ ਕੇ ਇੱਥੇ ਜਿਹੜੇ ਹੈਗੇ ਪਲਾਟ ਖਰੀਦਣ। ਬਾਅਦ ਵਿੱਚ ਉਹਨਾਂ ਦਾ ਕੀ ਹੁੰਦਾ ਹੈ, ਪਹਿਲਾਂ 3 ਕੋਠੀਆਂ ਹੜ ਗਈਆਂ ਤੇ ਆਹ ਕੋਠੀ ਹੁਣ 2.5 ਏਕੜ ਜ਼ਮੀਨ ਹੜੀ ਹੈ। ਜਦੋਂ ਇਹ ਜਿਹੜਾ ਸਾਹਮਣੇ ਦੇਖ ਸਕਦੇ ਆ ਬਣਿਆ ਹੋਇਆ ਪਾਈਪਾਂ ਦਾ, ਇਹਦੇ ਵਿੱਚ ਮਿੱਟੀ ਪੈ ਗਈ ਤੇ ਦਰਖਤ ਫਸ ਗਏ, ਉਹ ਤੋੜ ਕੇ ਦੂਜੇ ਪਾਸੇ ਜਾ ਕੇ ਨੁਕਸਾਨ ਕਰ ਗਈ। ਆ 3-4 ਦਿਨ ਪਹਿਲਾਂ ਫਿਰ ਹਿਮਾਚਲ ਵਿੱਚ ਭਾਰੀ ਮੀਂਹ ਪਿਆ, ਆਪਣੇ ਵੀ ਹੋਇਆ ਤਾਂ ਭਰ ਕੇ ਨਦੀ ਆ ਗਈ। ਸਾਡੇ ਦੇਖਦੇ 10 ਤੋਂ 15 ਫੁੱਟ ਖੋਰਾ ਲਗਾਤਾ ਇਹਨੇ ਇੱਕ ਸਾਈਡ ਤੇ। ਅਗਰ ਇੱਕ ਦਿਨ ਵੀ ਮੀਂਹ ਹੋਰ ਪੈ ਜਾਂਦਾ ਤਾਂ ਕਲੋਨੀ ਦਾ ਪੂਰਾ ਨੁਕਸਾਨ ਹੋ ਜਾਣਾ ਸੀ। ਸਾਰਿਆਂ ਸੰਬੰਧਿਤ ਵਿਭਾਗਾਂ ਨੂੰ, ਅਫਸਰਾਂ ਨੂੰ, ਮੰਤਰੀਆਂ ਨੂੰ, ਸਰਕਾਰ ਤੱਕ ਸਾਰਾ ਕੁਝ ਦੱਸਿਆ ਗਿਆ। ਆਏ ਨਹੀਂ, ਕੋਈ ਚੈੱਕ ਨਹੀਂ ਕੀਤਾ, ਸਿਰਫ ਫਾਰਮੈਲਿਟੀ ਦੇ ਤਰ੍ਹਾਂ ਇਸ ਤਰ੍ਹਾਂ ਇੱਕ ਹੈਡਰਾ ਭੇਜਤਾ ਇੱਕ ਦਿਨ, ਉਹ ਵੀ ਹੱਥ ਖੜੇ ਕਰਕੇ ਚਲੇ ਗਏ। ਪਰ ਇਹਦਾ ਬਣਦਾ ਤਾਂ ਇਹ ਹੈ ਵੀ ਇਹ ਕਿਹਨੇ ਵਸਾਈ ਹੈ, ਕੌਣ ਸ਼ਾਮਲ ਸੀ, ਕਿਹੜੇ ਕਮੇਟੀ ਦੇ ਬੰਦੇ ਸੀ, ਕਿਹੜੀ ਕੰਪਨੀ ਹੈ, ਕਿਹੜੇ ਉਹਦੇ ਵਿੱਚ ਸੰਬੰਧਿਤ ਵਿਭਾਗਾਂ ਦੇ ਅਫਸਰ ਸੀ, ਪੂਰੀ ਇਹਦੀ ਤਹਿਕੀਕਾਤ ਹੋਣੀ ਚਾਹੀਦੀ ਹੈ। ਇਹਦਾ ਸਾਰਾ ਕੁਝ ਸਾਹਮਣੇ ਆਉਣਾ ਚਾਹੀਦਾ ਸੀ। ਹੁਣ ਤਾਂ ਬਦਲਾਅ ਵਾਲੀ ਸਰਕਾਰ ਹੈ, ਜੇ ਦੂਜੇ ਨੇ ਰਲ ਮਿਲ ਕੇ ਹੋ ਗਿਆ, ਇਹਨਾਂ ਦਾ ਤਾਂ ਕੋਈ ਲਾਗਾ ਦੇਗਾ ਨਹੀਂ ਸੀ ਵਿੱਚ, ਉਹਨਾਂ ਦਾ ਖਾਣ ਦਾ ਜੇ ਅਸੀਂ ਦੋਸ਼ ਲਗਾਈਏ। ਪਰ ਉਹਨਾਂ ਦੇ ਵੀ ਫਿਰ ਸਵਾਲ ਤਾਂ ਖੜਾ ਹੁੰਦਾ ਕਿ ਉਹ ਵੀ ਆ ਕੇ ਅੱਜ ਕਿਉਂ ਨਹੀਂ ਇਸ ਗੱਲ ਦੀ ਜਾਂਚ ਪੜਤਾਲ ਕਰਵਾ ਰਹੇ। ਇੱਥੇ ਗੱਲ ਇਹ ਹੈ, ਕੋਈ ਲਾਹਾ ਲੈਣ ਦੀ ਨਹੀਂ, ਕੋਈ ਹੋਰ ਕਿਸੇ ਤਰ੍ਹਾਂ ਮੁੱਦਾ ਨਹੀਂ। ਗੱਲ ਇੱਥੇ ਲੋਕਾਂ ਦੀਆਂ ਜਾਨਾਂ ਦਾ ਸਵਾਲ ਹੈ ਕਿ ਲੋਕ ਕਲੋਨੀ ਵਾਲੇ ਕਹਿੰਦੇ ਇੱਥੇ ਸੁੱਤੇ ਪਏ ਰਾਤ ਨੂੰ ਉਹ ਟੁੱਟ ਕੇ ਦੇਖਦੇ, ਮਾੜਾ ਜਿਹਾ ਵੀ ਖੜਾਕ ਹੁੰਦਾ ਕਿਤੇ ਪਾਣੀ ਤਾਂ ਨਹੀਂ ਆ ਗਿਆ, ਸਣੇ ਸਾਡੇ ਬੱਚੇ ਪਰਿਵਾਰਾਂ ਨੂੰ ਸਣੇ ਮਕਾਨ ਜਿਵੇਂ ਹੜ ਰਹੇ ਨੇ ਕਿ ਰਾਤ ਨੂੰ ਪਾਣੀ ਹੜਾ ਕੇ ਲੈ ਜਾਵੇ। ਹੁਣ ਉਹਨਾਂ ਦੀ ਜਾਨਾਂ ਦੀ ਰਖਵਾਲੀ ਕਰੇਗਾ ਕੌਣ? ਸਵਾਲ ਤਾਂ ਇਹ ਹੈ ਜੀ। ਬਿਲਕੁਲ ਸਾਹਮਣੇ ਕੋਠੀਆਂ ਤੁਹਾਨੂੰ ਦਿਖਾ ਦਈਏ ਕਿ ਬਿਲਕੁਲ ਪਾਣੀ ਉਸ ਥਾਂ ਤੋਂ ਗੁਜ਼ਰਿਆ ਤੇ ਜੋ ਮੰਜ਼ਰ ਦਿਖਾਈ ਦਿੰਦਾ ਪਾਣੀ ਦੇ ਲੰਘਣ ਤੋਂ ਬਾਅਦ, ਉਹ ਸਾਫ਼-ਸਾਫ਼ ਦੱਸਦਾ ਕਿ ਕਿੰਨਾ ਪਾਣੀ ਇੱਥੇ ਹੋਵੇਗਾ ਤੇ ਕਿੰਨਾ ਨਜ਼ਦੀਕ ਇਹਨਾਂ ਘਰਾਂ ਦੇ ਵੀ ਸੀ। ਕਿੰਨੇ ਘਰ ਹੜ ਗਏ? ਘਰ ਜੀ ਪਹਿਲਾਂ 3 ਘਰ ਹੜ ਗਏ ਸੀ ਤੇ ਜਿਹੜਾ ਹੁਣ ਇੱਕ ਘਰ ਤਾਂ ਬਿਲਕੁਲ ਹੁਣ ਹੜ ਗਿਆ ਤੇ 2 ਦਾ ਨੁਕਸਾਨ ਹੋਇਆ ਤੇ 6 ਘਰਾਂ ਦਾ ਬਿਲਕੁਲ ਨੁਕਸਾਨ ਜਿਹੜਾ ਹੋਇਆ ਏ। ਤੇ ਕਿਤੇ ਵੀ ਉਹ ਇੰਨਾ ਸ਼ੁਕਰ ਉਹ ਪਹਿਲਾਂ ਨਿਕਲ ਚੁੱਕੇ ਸੀ ਘਰ ਦੇ ਵਿੱਚੋਂ ਪਰਿਵਾਰ, ਤੇ ਬਚਾਅ ਉਹਨਾਂ ਦਾ ਹੋ ਗਿਆ ਏ। ਤੇ ਨਹੀਂ ਤਾਂ ਹੁਣ ਜਿਵੇਂ ਆਹ ਕਲੋਨੀ ਹੈਗੀ ਹੈ, ਸਾਰੇ ਘਰਾਂ ਦੇ ਵਿੱਚ ਰਾਤ ਨੂੰ ਕਿਸੇ ਵੀ ਟਾਈਮ ਆ ਕੇ ਜਾਨਾਂ ਦਾ ਵੀ ਨੁਕਸਾਨ ਵੱਡਾ ਹੋਵੇਗਾ। ਤਾਂ ਹੀ ਬਾਰ-ਬਾਰ ਅਸੀਂ ਅਪੀਲਾਂ ਕਰ ਰਹੇ ਹਾਂ ਕਿ ਸਰਕਾਰ ਜਾਗੇ, ਆਪਣਾ ਫਰਜ਼ ਪਹਿਚਾਣੇ।
ਇੱਥੇ ਆ ਕੇ ਮੌਕਾ ਦੇਖੇ, ਇਸ ਗੱਲ ਦੀ ਪੜਤਾਲ ਕਰਾਵੇ ਉਸ ਮੌਕੇ ਦੇ ਉੱਤੇ। ਹੁਣ ਇਹ ਵੀ ਇੱਕ ਸਵਾਲ ਸਰਕਾਰਾਂ ਦੇ ਉੱਤੇ ਹੈ ਕਿ ਪ੍ਰਭ ਆਸਰਾ ਅੱਜ ਆ ਕੇ ਇਹਨਾਂ ਇੱਕ ਹਫ਼ਤੇ ਤੋਂ ਜਹਿਦ ਕਰ ਰਿਹਾ, ਲੱਖਾਂ ਰੁਪਏ ਦਾ ਖਰਚਾ ਆ ਰਿਹਾ ਹੈ ਕਿ ਇਹ ਪੈਪ ਪੁੱਟੇ ਨਹੀਂ ਜਾ ਰਹੇ, ਇੰਨੇ ਜ਼ਬਰਦਸਤ ਢੰਗ ਨਾਲ ਲਗਾਏ ਹੋਏ ਨੇ। ਬੱਦੀ ਤੋਂ ਵੱਡੀ ਕਰੇਨ ਵੀ ਮੰਗਾਈ ਗਈ ਅੱਜ, ਪਰ ਉਹਨਾਂ ਦੀ ਹਰ ਸੰਭਵ ਕੋਸ਼ਿਸ਼ ਹੈ ਕਿ ਰਸਤਾ ਖੋਲ੍ਹ ਦਈਏ, ਇਹ ਨਾ ਹੋਵੇ ਅੱਜੇ ਰਾਤ ਨੂੰ ਮੀਂਹ ਆ ਜਾਵੇ ਲੋਕ ਹਟ ਜਾਣ, ਕਿ ਜਲਦੀ ਤੋਂ ਜਲਦੀ ਲੋਕਾਂ ਨੂੰ ਬਚਾਉਣਾ। ਪਰ ਬਾਕੀ ਕੰਮ ਤਾਂ ਹੁਣ ਸਰਕਾਰਾਂ ਦਾ ਏ। ਤੁਸੀਂ ਕਿਹਾ ਸਰਕਾਰ ਜਾਗ ਨਹੀਂ ਰਹੀ, ਮਤਲਬ ਸੁੱਤੀ ਪਈ ਆ? ਬਿਲਕੁਲ ਜੀ, ਜਦੋਂ ਉਹਨਾਂ ਨੂੰ ਇਹ ਨਹੀਂ ਦਿਖ ਰਿਹਾ ਕਿ ਸਾਡੇ ਲੋਕੀ ਮਰ ਰਹੇ ਨੇ, ਉਹਨਾਂ ਦੇ ਮਕਾਨ ਲੱਖਾਂ ਦੇ ਹੜ ਰਹੇ ਨੇ, ਫਿਰ ਸਰਕਾਰ ਤਾਂ ਸੁੱਤੀ ਹੋਵੇ। ਜਦੋਂ ਬਾਰ-ਬਾਰ ਮੀਡੀਆ ਰਾਹੀਂ ਵੀ ਖਬਰਾਂ ਗਈਆਂ, ਐਪਲੀਕੇਸ਼ਨਾਂ ਉਹਨਾਂ ਨੂੰ ਦਿੱਤੀਆਂ, ਉਹਨਾਂ ਨੂੰ ਫੋਨ ਵੀ ਖੜਕਾਏ, ਹੁਣ ਤੱਕ ਆ ਕੇ ਦੇਖ ਕਿਉਂ ਨਹੀਂ ਰਹੇ ਉਹ? ਆਪਾਂ ਹੁਣ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਕਿੰਨੇ ਦਿਨ ਦਾ ਕੰਮ ਚੱਲਦਾ, ਕੋਈ ਵੀ ਅਧਿਕਾਰੀ ਇੱਥੇ ਖੜਾ ਹੋਵੇ ਉਹਨਾਂ ਦਾ। ਸੋ ਸਰਕਾਰ ਨੂੰ ਬਾਰ-ਬਾਰ ਤਾਂ ਅਪੀਲ ਕਰ ਰਹੇ ਹਾਂ ਕਿ ਲੋਕਾਂ ਦੀਆਂ ਜਾਨਾਂ ਦਾ ਸਵਾਲ ਹੈ, ਇੱਥੇ ਮੁੱਦਾ ਹੋਰ ਕੋਈ ਨਹੀਂ ਹੈ। ਜਿਹੜਾ ਕਿਸੇ ਦਾ ਮਾਲੀ ਨੁਕਸਾਨ ਹੋ ਗਿਆ, ਘਰ ਚਲੇ ਗਏ, ਜ਼ਮੀਨ ਚਲੇ ਗਈ, ਉਹ ਵੱਖਰੀ ਥਾਂ ਹੈ, ਪਰ ਹੁਣ ਜਾਨਾਂ ਦਾ ਹੈ। ਤੇ ਜਾ ਕੇ ਤੁਹਾਨੂੰ ਅਸੀਂ ਕਲੋਨੀ ਵਾਲਿਆਂ ਨੂੰ ਮਿਲਾਉਂਦੇ ਹਾਂ, ਖੁਦ ਬੀਬੀਆਂ ਤੇ ਬੱਚੇ ਉੱਥੇ ਤੁਹਾਨੂੰ ਸਾਰੇ ਵੀਰ ਦੱਸਣਗੇ ਕਿ ਕਿਵੇਂ ਉਹ ਰਾਤਾਂ ਗੁਜ਼ਾਰਦੇ ਨੇ, ਕਿਵੇਂ ਦਿਨ ਕੱਢਦੇ ਨੇ। ਸੋ ਬਿਲਕੁਲ ਬਹੁਤ ਵੱਡਾ ਨੁਕਸਾਨ ਜਿਹੜਾ ਹੋਇਆ, ਤੇ ਨੁਕਸਾਨ ਆਪਣੇ ਆਪ ਦੇ ਵਿੱਚ ਮੂੰਹੋਂ ਬੋਲ ਕੇ ਦੱਸ ਰਿਹਾ, ਕੋਈ ਬਾਰ-ਬਾਰ ਬੋਲ ਕੇ ਦੱਸਣ ਦੀ ਲੋੜ ਨਹੀਂ। ਪਰ ਲੋਕ ਜਿਸ ਤਰ੍ਹਾਂ ਕਹਿ ਰਹੇ ਆ ਕਿ ਸਰਕਾਰ ਇਸ ਵੱਲ ਕੋਈ ਗੌਰ ਨਹੀਂ ਕਰ ਰਹੀ, ਪ੍ਰਸ਼ਾਸਨ ਕੋਈ ਗੌਰ ਨਹੀਂ ਕਰ ਰਿਹਾ। ਸ਼ਬਦ ਇੱਥੋਂ ਤੱਕ ਵੀ ਆ ਗਏ ਕਿ ਸਰਕਾਰ ਭਾਈ ਸੁੱਤੀ ਪਈ ਆ, ਲੋਕ ਹੜਨ ਦੇ ਕਿਨਾਰੇ ਆ। ਜੇ ਤੁਸੀਂ ਅਜੇ ਵੀ ਨਹੀਂ ਆਉਣਾ ਤਾਂ ਫਿਰ 4 ਦਿਨ ਨੂੰ ਵੋਟਾਂ ਆ ਜਾਣੀਆਂ, ਫਿਰ ਤੁਸੀਂ ਵੋਟਾਂ ਮੰਗਣ ਆਉਣਾ, ਲੰਘਿਆ ਤਾਂ ਉੱਥੋਂ ਵੀ ਨਹੀਂ ਜਾਣਾ ਇੱਥੋਂ। ਸੋ ਆਪਣੇ ਕਰਕੇ ਹੀ ਬਣਾ ਲਓ। ਕਿਹੜੇ ਮੂੰਹ ਤੋਂ ਆਉਂਗੇ? जब वोटा लेना होंगे तो किहड़े मुँह ते आओगे? जमीर नूं मार के जे आना है तां आ सकते, अदरवाइज जमीर जिंदा है तो नहीं आ सकते। जे हुण नहीं आए, जे आम संगत ने नहीं खड़े, संगत ने जनता ने आप जी नूं चुनिया, आप जी दे दर्द नूं समझण लई। जे तुसीं उहदा दर्द नहीं समझ रहे तो फिर लख लानत ऐसी पॉलिटिक्स से और ऐसे लीडरां ते। ਸੋ ਬਿਲਕੁਲ ਅਜਿਹੇ ਸ਼ਬਦ ਹੈ ਭਾਈ, ਆਪਣੇ ਕਰਕੇ ਹੀ ਕਰ ਲਓ, ਕਿਉਂਕਿ 4 ਦਿਨ ਨੂੰ ਵੋਟਾਂ ਆਉਣੀਆਂ, ਪਰ ਤੁਸੀਂ ਆਉਣਾ ਹੀ ਆ ਵੋਟਾਂ ਮੰਗਣ। ਕਿਤੇ ਵੋਟਾਂ ਮੰਗਣ ਵੀ ਤੁਹਾਨੂੰ ਇੱਥੇ ਕਿਸ਼ਤੀਆਂ ਪਾ ਕੇ ਨਾ ਆਉਣਾ ਪਵੇ, ਕਿਤੇ ਵੋਟਾਂ ਮੰਗਣ ਤੁਹਾਨੂੰ ਵੀ ਇਹਨਾਂ ਖਾਈਆਂ ਦੇ ਵਿੱਚੋਂ, ਇਹਨਾਂ ਖੱਡਿਆਂ ਚੋਂ ਲੰਘ ਕੇ ਨਾ ਆਉਣਾ ਪਵੇ। ਉਹਦੇ ਕਰਕੇ ਕਰ ਲਓ ਜੇ ਤੁਹਾਨੂੰ ਲੋਕਾਂ ਦਾ ਦਰਦ ਸਮਝ ਨਹੀਂ ਆ ਰਿਹਾ। ਸੋ ਵੱਡੇ ਸਵਾਲ ਖੜੇ ਹੁੰਦੇ ਆ, ਕਿਉਂਕਿ ਜੇ ਹੁਣ ਉਸੇ ਤਰ੍ਹਾਂ ਪਾਣੀ ਚੜ੍ਹ ਕੇ ਆਉਂਦਾ, ਖਦਸ਼ਾ ਇਹ ਵੀ ਜਤਾਇਆ ਜਾ ਰਿਹਾ ਵੀ ਫਿਰ ਅੱਜ ਤਾਂ 6 ਘਰਾਂ ਦਾ ਨੁਕਸਾਨ ਹੋਇਆ, ਉਸ ਤੋਂ ਬਾਅਦ ਜੇ ਪਾਣੀ ਵੱਧ ਕੇ ਆਉਂਦਾ ਜਿਸ ਤਰ੍ਹਾਂ ਦੇ ਹਾਲਾਤ ਦਿਖ ਰਹੇ ਆ, ਸ਼ਾਇਦ ਪੂਰਾ ਘਰ ਜਿਹੜਾ ਸ਼ਹਿਰ ਹੈਗਾ ਉਹ ਉਸ ਦਾ ਵੀ ਮੰਜ਼ਰ ਸ਼ਾਇਦ ਫਿਰ ਇਹੀ ਹੋਵੇ, ਉਸ ਦੇ ਵੀ ਹਾਲਾਤ ਸ਼ਾਇਦ ਇਹੀ ਹੋਣ। ਸੋ ਅਪੀਲ ਹੈ ਕਿ ਜੇਕਰ ਉਸ ਤੋਂ ਬਾਅਦ ਆਉਂਗੇ, ਇੰਨਾ ਕੁਝ ਹੋਣ ਤੋਂ ਬਾਅਦ ਫਿਰ ਸਵਾਲ ਇਸ ਤੋਂ ਵੀ ਵੱਡੇ ਖੜੇ ਹੋਣੇ ਆ। ਪਰ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਸਰਕਾਰ ਹੁਣ ਇਸ ਮਾਮਲੇ 'ਚ ਕੀ ਕਦਮ ਚੁੱਕਦੀ ਹੈ, ਕੀ ਜਲਦੀ ਤੋਂ ਜਲਦੀ ਪ੍ਰਸ਼ਾਸਨ ਇਸ ਪਾਸੇ ਵੱਲ ਆਉਂਦਾ ਹੈ ਕਿ ਇਹ ਸਾਰਾ ਕੁਝ ਜੋ ਇੱਥੇ ਕੀਤਾ ਗਿਆ, ਕਿਹਨੇ ਕਲੋਨੀਆਂ ਪਾਸ ਕੀਤੀਆਂ, ਇਹਦੀਆਂ ਇਨਕੁਆਰੀਆਂ ਹੋਣਗੀਆਂ। ਇਹ ਸਵਾਲ ਜਿਹੜੇ ਸਰਕਾਰ ਦੇ ਉੱਤੇ ਅਜੇ ਤੱਕ ਵੱਡੇ ਖੜੇ, ਕਦੋਂ ਇਹਨਾਂ ਸਵਾਲਾਂ ਦੇ ਜਵਾਬ ਮਿਲਣਗੇ, ਇਹ ਦੇਖਣ ਵਾਲੀ ਗੱਲ ਹੋਵੇਗੀ। ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।